Okay, good morning once again, students. Uh, Yesterday we made discussion on rather brief discussion, introductory part of traveling wave tube only. Uh, this is a microwave amplifier, microwave source, which is acting as a microwave amplifier. Rather, this is a linear beam tube. Okay. We discussed a two cavity klystron as an amplifier, then multi cavity klystron as an amplifier, which are acting as microwave amplifier. And this is another and powerful and of course wideband amplifier, which amplifies the microwave signal or RF signal. Right? Was invented in 43-44 by British Radar Lab. It's having a high gain, low noise, and wideband microwave amplifiers. TWT is a specialized vacuum tube which amplifies RF radio frequency signals to high power, usually in an electronic assembly known as traveling wave tube amplifier. RF ਸਿਗਨਲ ਜਿਹੜਾ ਆ ਉਹ ਮਾਈਕ੍ਰੋਵੇਵ ਸਿਗਨਲ ਹੈ, ਉਸ ਨੂੰ ਐਮਪਲੀਫਾਈ ਕਰਨਾ ਕਾਦੇ ਵਿੱਚ ਇੱਕ ਸਪੈਸ਼ਲ ਵੈਕਿਊਮ ਟਿਊਬ ਹੈ ਜਿਹਦੇ ਵਿੱਚ RF ਫੀਲਡ ਤੇ ਇਲੈਕਟ੍ਰੋਨ ਬੀਮ ਦੀ ਇੰਟਰੈਕਸ਼ਨ ਹੋਏਗੀ ਔਰ ਇੰਟਰੈਕਸ਼ਨ ਕੰਟੀਨਿਊ ਹੋਣੀ ਹੈ ਔਰ ਉਸ ਕੰਟੀਨਿਊਟੀ ਨੂੰ ਇਨਸ਼ੋਰ ਕਰਨ ਵਾਸਤੇ ਇੱਥੇ ਇਲੈਕਟ੍ਰਿਕ ਫੀਲਡ ਚਾਹੀਦਾ, ਜਿੱਦਾਂ ਮੈਗਨੇਟ੍ਰੋਨ ਵਿੱਚ ਮੈਗਨੈਟਿਕ ਫੀਲਡ ਚਾਹੀਦਾ ਸੀ। ਇੰਟਰੈਕਸ਼ਨ ਦੀ ਕੰਟੀਨਿਊਟੀ ਨੂੰ ਇਨਸ਼ੋਰ ਕਰਨ ਵਾਸਤੇ ਇੱਥੇ ਵੀ ਜਿਹੜੀ RF ਫੀਲਡ ਤੇ ਇਲੈਕਟ੍ਰੋਨ ਬੰਚਸ ਦੇ ਵਿੱਚ ਇੰਟਰੈਕਸ਼ਨ ਹੁੰਦੀ ਹੈ ਉਹ ਕੰਟੀਨਿਊ ਹੁੰਦੀ ਹੈ ਔਰ ਮੋਰਓਵਰ ਇੱਥੇ RF ਫੀਲਡ ਜਿਹੜਾ ਆ ਉਹ ਮੂਵ ਕਰਦਾ। ਠੀਕ ਹੈ, ਤੇ ਜਿੱਦਾਂ ਟੂ ਕੈਵਿਟੀ ਕਲੇਸਟਰੋਨ ਜਾਂ ਰਿਫਲੈਕਸ ਕਲੇਸਟਰੋਨ ਦੇ ਵਿੱਚ ਜਿੱਥੇ ਗੈਪ ਦੇ ਵਿੱਚ ਹੀ RF ਵੋਲਟੇਜ ਅਵੇਲੇਬਲ ਸੀ, ਉਹ ਸਟੇਸ਼ਨਰੀ ਸੀ ਪਰ ਇਲੈਕਟ੍ਰੋਨਸ ਮੂਵ ਕਰਦੇ ਸੀ। ਇੱਥੇ RF ਫੀਲਡ ਵੀ ਮੂਵ ਕਰੇਗਾ। ਰਾਈਟ, ਸੋ ਕੱਲ ਵੀ ਆਪਾਂ ਥੋੜਾ ਜਿਹਾ ਡਿਸਕਸ ਕੀਤਾ ਸੀ ਬ੍ਰੌਡਬੈਂਡ ਡਿਵਾਈਸਿਸ ਨੇ, ਇਹਦੀ ਕੰਸਟਰਕਸ਼ਨ ਤੇ ਆਪਰੇਟਿੰਗ ਪ੍ਰਿੰਸੀਪਲ ਜਿਹੜੀ ਆ ਉਹ ਡਿਸਕਸ ਕਰਾਂਗੇ। ਐਂਡ ਇਟ ਇਜ਼ ਹੈਵਿੰਗ ਕੈਪੇਬਲ ਆਫ ਇਨੋਰਮਸ ਬੈਂਡਵਿਡਥ। ਠੀਕ ਹੈ, 300 ਮੈਗਾਹਰਟਜ਼ ਤੋਂ ਲੈ ਕੇ 50 ਗੀਗਾਹਰਟਜ਼ ਤੱਕ ਇਦਾਂ TWT ਨੂੰ ਅਸੀਂ ਡਿਜ਼ਾਈਨ ਕਰਦੇ ਹਾਂ ਔਰ ਗੇਨ ਕਾਫੀ ਜ਼ਿਆਦਾ ਹੈ, 60 dB ਤੋਂ ਵੱਧ ਹੈ ਔਰ ਬੈਂਡਵਿਡਥ ਜਿਹੜੀ ਆ ਉਹ ਵੀ ਇਨਫ ਹੈ। It is a device in which interaction between electron beam and RF field is continuous. ਇਹ point note ਕਰਨਾ। Interaction space and TWT is extended. ਮੈਂ ਪਹਿਲਾਂ ਕਿਹਾ ਸੀ ਇਹਨੂੰ ਲੰਬਾ ਰੱਖਿਆ ਕਿਉਂਕਿ ਉਹਨੇ ਪਹਿਲਾਂ ਕਿਹਾ linear beam tube ਹੈ and electron beam exchanges energy with the RF signal over the full length of tube or this interaction is ensured by electric field। ਪਹਿਲਾਂ ਦੱਸਤਾ ਤੇ ਇੰਟਰੈਕਸ਼ਨ ਨੂੰ ਪ੍ਰੋਲੋਂਗ ਕਰਨ ਵਾਸਤੇ ਇਲੈਕਟ੍ਰੋਨ ਬੀਮ ਤੇ RF ਫੀਲਡ ਦੇ ਵਿੱਚ ਜਿਹੜੀ ਇੰਟਰੈਕਸ਼ਨ ਹੋਣੀ ਉਹਨੂੰ ਪ੍ਰੋਲੋਂਗ ਕਰਨ ਵਾਸਤੇ ਜਿਹੜੀ ਟਿਊਬ ਹੈ ਦੋਨੋਂ ਅਸਲ 'ਚ RF ਫੀਲਡ ਤੇ ਇਲੈਕਟ੍ਰੋਨ ਬੀਮ ਜਿਹੜੇ ਦੋਨੋਂ ਆ ਉਹ ਸੇਮ ਵੈਲੋਸਿਟੀ ਤੇ ਸੇਮ ਡਾਇਰੈਕਸ਼ਨ 'ਚ ਮੂਵ ਕਰਨ। ਠੀਕ ਹੈ, ਤਾਂ ਉਸ ਲਿਹਾਜ਼ ਨਾਲ ਸਾਨੂੰ ਸਟਰਕਚਰ ਨੂੰ ਮੋਡੀਫਾਈ ਕਰਨਾ ਪੈਂਦਾ। ਅਸਲ 'ਚ ਕੀ ਹੈ, ਜਿਹੜਾ RF ਫੀਲਡ ਆ ਉਹਦੀ ਮੈਕਸਿਮਮ ਸਪੀਡ ਤਾਂ ਵੈਲੋਸਿਟੀ ਆਫ ਲਾਈਟ ਜਿੰਨੀ ਆ, ਪਰ ਜਿਹੜੀ ਇਲੈਕਟ੍ਰੋਨ ਦੀ ਵੈਲੋਸਿਟੀ ਆ ਉਹ ਤੋਂ 10%, ਉਹਦਾ 10% ਆ। ਸਮਝੋ, ਮੰਨ ਲਓ ਜਿਹੜੀ ਇਲੈਕਟ੍ਰੋਨ ਬੀਮਸ ਦੀ ਵੈਲੋਸਿਟੀ ਆ ਉਹ RF ਫੀਲਡ ਦੀ ਵੈਲੋਸਿਟੀ ਦਾ 10% ਹਿੱਸਾ ਹੈ, ਜਾਨੀ ਬਹੁਤ ਘੱਟ ਸਪੀਡ ਹੈ। ਤੇ ਫਿਰ ਇੰਟਰੈਕਸ਼ਨ ਕਿੱਦਾਂ ਹੋਏਗੀ, ਇੱਕ ਜਣਾ ਬਹੁਤ ਫਾਸਟ ਜਾ ਰਿਹਾ ਇੱਕ ਪਿੱਛੇ ਆ। ਠੀਕ ਨਹੀਂ, ਉਹ ਇੰਟਰੈਕਸ਼ਨ ਨੂੰ ਇਨਸ਼ੋਰ ਕਰਨ ਵਾਸਤੇ ਫਿਰ ਸਾਨੂੰ ਉਹਦੇ ਲਈ ਸਪੈਸ਼ਲ ਸਟਰਕਚਰ ਬਣਾਉਣਾ ਪੈਂਦਾ ਤਾਂ ਕਿ ਦੋਨਾਂ ਦੀ ਸਪੀਡ ਇੱਕੋ ਜਿਹੀ ਰਹੇ। ਕਲੀਅਰ? ਹੈਲੋ, ਹਾਂਜੀ ਹਾਂਜੀ ਸਰ। ਜੀ ਸਰ। ਹਾਂ ਹਾਂਜੀ ਸਰ। ਔਰ ਹਾਂਜੀ ਜਿਹੜੀ ਸਰ। ਇਲੈਕਟ੍ਰੋਨ ਬੀਮ ਦੀ ਵੈਲੋਸਿਟੀ ਆ, ਇਹ ਜਿਹੜੀ RF ਵੈਲੋਸਿਟੀ ਆ ਉਹਦਾ 10% ਹਿੱਸਾ ਔਰ ਵਿਚ ਇਜ਼ ਗਵਰਨਡ ਬਾਈ ਨੋਡ ਵੋਲਟੇਜ। ਮੰਨ ਲਓ 10% ਆਫ VC ਜਿਹੜੀ ਆ 0.1 VC ਇੱਥੇ RF ਫੀਲਡ ਦੀ ਵੈਲੋਸਿਟੀ ਹੋ ਗਈ। ਪਤਾ ਲੱਗ ਗਿਆ? ਈਵਨ ਵਿਦ ਅ ਵੈਰੀ ਹਾਈ ਨੋਡ ਵੋਲਟੇਜ ਇਟ ਰਿਮੇਨਸ ਅਪਰੋਕਸੀਮੇਟਲੀ ਇੰਨੀ। ਜੇ ਵੋਲਟੇਜ ਵਧਾ ਵੀ ਦਈਏ ਵੀ ਇਲੈਕਟ੍ਰੋਨ ਫਾਸਟ ਹੋ ਜਾਣ ਤਾਂ ਵੀ ਉਹ ਇੰਨੀ ਰਹਿੰਦੀ ਆ। ਪਤਾ ਲੱਗ ਗਿਆ? ਠੀਕ ਹੈ ਜੀ ਸਰ। ਠੀਕ ਹੈ, ਜੀ ਸਰ। ਇੱਕ ਸੈਕਿੰਡ ਬਾਅਦ ਚ ਕਰਦਾ, ਲੈਕਚਰ ਚੱਲ ਰਿਹਾ। ਠੀਕ ਹੈ, 10 interaction between RF field and moving electron beam will take place only when RF field is slowed down or retarded by some means। ਅਸਲ ਕੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ RF ਫੀਲਡ ਦੀ ਵੈਲੋਸਿਟੀ ਬਹੁਤ ਜ਼ਿਆਦਾ ਤੇ ਇਲੈਕਟ੍ਰੋਨ ਜਿਹੜਾ ਬੀਮ ਆ ਉਹਦੀ ਵੈਲੋਸਿਟੀ ਘੱਟ ਆ। ਹੁਣ ਇੱਕ ਫਾਸਟ ਜਾ ਰਿਹਾ ਇੱਕ ਸਲੋ ਜਾ ਰਿਹਾ, ਇੰਟਰੈਕਸ਼ਨ ਕਿੱਦਾਂ ਹੋ ਜਾਏਗੀ? ਠੀਕ ਨਹੀਂ, ਇੰਟਰੈਕਸ਼ਨ ਨੂੰ ਇਨਸ਼ੋਰ ਕਰਨ ਵਾਸਤੇ ਫਿਰ ਅਸੀਂ ਕੀ ਕਰਨੇ, ਕੁਝ ਮੀਨਸ ਯਾਨੀ ਕੁਝ ਸਾਧਨ ਅਸੀਂ ਆਪਾਂ ਉਹਦੀ ਸਪੀਡ ਨੂੰ ਸਲੋ ਕਰਨ ਵਾਸਤੇ ਕੁਝ ਸਾਧਨ ਜਿਹੜੇ ਆ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ
और सोल्यूशन इज टू रिटार्ड द आरएफ फील्ड विद द स्लो वेव स्ट्रक्चर। पता लग गया? ਜਿਹੜਾ ਆਰਐਫ ਫੀਲਡ ਹੈ ਮਾਈਕ੍ਰੋਵੇਵ ਸਿਗਨਲ ਉਹ ਬਹੁਤ ਫਾਸਟ ਹੈ, ਗੀਗਾਹਰਟਸ ਦੀ ਰੇਂਜ ਆ ਉਹਦੇ ਵਿੱਚ। ਉਹਦੇ ਲਈ ਉਹਨੂੰ ਸਲੋ ਕਰਨ ਵਾਸਤੇ ਜਾਂ ਰਿਟਾਰਡ ਕਰਨ ਵਾਸਤੇ ਅਸੀਂ ਸਲੋ ਵੇਵ ਸਟਰਕਚਰ ਪ੍ਰੋਵਾਈਡ ਕਰਦੇ ਹਾਂ। ਨੀਚੇ ਕੁਝ ਦਿੱਤੇ ਹੋਇਆ ਸਲੋ ਵੇਵ ਸਟਰਕਚਰ। ਸੋ ਸੈਵਰਲ ਸੱਚ ਸਲੋ ਵੇਵ ਸਟਰਕਚਰਸ ਆਰ ਇਨ ਯੂਜ਼, ਲਾਈਕ ਜਿੱਦਾਂ ਆ ਹੈਲਿਕਸ ਆ, ਇਹ ਹੈਲੀਕਲ ਲਾਈਨ ਦਾ ਬਣਿਆ ਹੋਇਆ, ਤੇ ਆ ਫੋਲਡਡ ਬੈਕ ਲਾਈਨ ਹੈ ਐਦਾਂ। ਜਾਣੀ ਸਿਗਨਲ ਜੇ ਸਿੱਧਾ ਮੂਵ ਕਰਨ ਦੀ ਬਜਾਏ ਉਹ ਨੈਚੁਰਲੀ ਜਿੰਨੇ ਵਿੰਗ ਵਾਲ ਜ਼ਿਆਦਾ ਹੋਣਗੇ ਉਨੀ ਸਪੀਡ ਉਹਦੀ ਘਟੇਗੀ। तो फिर ਅਸੀਂ ਇਸ ਕਰਕੇ ਇਹ ਸਲੋ ਵੇਵ ਸਟਰਕਚਰ ਇਦਾਂ ਦੇ ਪ੍ਰੋਵਾਈਡ ਕਰਦੇ ਹਾਂ। ਠੀਕ ਹੈ, ਲਾਈਕ ਹੈਲਿਕਸ, ਵੇਵਗਾਈਡ, ਕਪਲਡ ਕੈਵਿਟੀ ਅਰੇਂਜਮੈਂਟ, ਜ਼ਿਗਜ਼ੈਗ ਜਾਂ ਫੋਲਡਡ ਬੈਕ ਲਾਈਨ, ਹੈਲੀਕਲ ਲਾਈਨ, ਔਰ ਨੀਚੇ ਆ ਦਿੱਤੇ ਹੋਏ ਆ ਜਿੱਦਾਂ ਇੰਟਰ ਡਿਜੀਟਲ ਲਾਈਨ। ਠੀਕ ਹੈ, ਫਿਰ ਆ ਨੀਚੇ ਦਿੱਤਾ ਕੋਰੂਗੇਟਡ ਵੇਵਗਾਈਡ, ਐਦਾਂ ਕੋਰੂਗੇਸ਼ਨ ਜੀ ਕੀਤੀ ਹੈ। ਠੀਕ ਹੈ, ਔਰ ਇਹ ਹੈਗਾ ਕੋਐਕਸ਼ਲ ਲਾਈਨ ਵਿਦ ਕੋਰੂਗੇਟਡ ਕੰਡਕਟਰ। ਆ ਕੋਐਕਸ਼ਲ ਲਾਈਨ ਤਾਂ ਹੈਗੀ ਆ, ਪਰ ਵਿੱਚ ਜਿਹੜਾ ਕੰਡਕਟਰ ਆ ਉਹ ਉਹਦੀ ਕੋਰੂਗੇਸ਼ਨ ਕੀਤੀ ਆ। ਪਰਪਸ ਇੱਕੋ ਹੀ ਆ ਵੀ ਜਿਹੜੀ ਆਰਐਫ ਫੀਲਡ ਆ ਉਹਦੀ ਸਪੀਡ ਨੂੰ ਸਲੋ ਕਰਨਾ। ਕਲੀਅਰ? ਹਾਂਜੀ ਸਰ। ਹਾਂਜੀ ਸਰ। ਹਾਂ, ਤਾਂ ਕਿ ਜਿਹੜਾ ਇਲੈਕਟ੍ਰੋਨ ਬੀਮ ਹੈ ਤੇ ਆਰਐਫ ਫੀਲਡ ਦੀ ਇੰਟਰੈਕਸ਼ਨ ਹੋ ਸਕੇ, ਔਰ ਉਸ ਇੰਟਰੈਕਸ਼ਨ ਦੇ ਨਾਲ ਕੀ ਹੈ ਜਿਹੜਾ ਇਲੈਕਟ੍ਰੋਨਸ ਹੈ ਉਹ ਆਪਣੀ એનર્ਜੀ ਆਰਐਫ ਫੀਲਡ ਨੂੰ ਟ੍ਰਾਂਸਫਰ ਕਰਨ ਤੇ ਆਰਐਫ ਫੀਲਡ ਜਿਹੜਾ ਐਂਪਲੀਫਾਈ ਹੋ ਜਾਏ। ਕਲੀਅਰ? ਇਸ ਤਰੀਕੇ ਨਾਲ। ਠੀਕ ਹੈ ਬੱਚੋ? ਜੀ ਸਰ। ਹਾਂਜੀ। So slow wave structures are special types of circuits used in the microwave tube to reduce the RF field wave velocity in a certain direction, so that a prolonged interaction between RF field and electron beam may take place. तो special type ਦੇ circuits ਨੇ microwave tube ਦੇ ਵਿੱਚ, ਤਾਂ ਕਿ RF ਜਿਹੜੀ wave velocity ਉਹਨੂੰ reduce ਕੀਤਾ ਜਾ ਸਕੇ ਕਿਸੇ ਖਾਸ ਦਿਸ਼ਾ ਦੇ ਵਿੱਚ। ਸੋ ਤਾਂ ਕਿ ਪ੍ਰੋਲੋਂਗ ਇੰਟਰੈਕਸ਼ਨ ਹੋ ਸਕੇ ਕਿਹਦੇ ਵਿੱਚ? ਆਰਐਫ ਫੀਲਡ ਤੇ ਇਲੈਕਟ੍ਰੋਨ ਬੀਮ ਦੇ ਵਿੱਚ। ਠੀਕ ਹੈ, ਤਾਂ ਟਰੈਵਲਿੰਗ ਵੇਵ ਟਿਊਬ ਜਿਹੜੀ ਅਸੀਂ ਯੂਜ਼ ਕਰਦੇ ਹਾਂ ਉਹਦੀਆਂ ਕੁਝ ਅਸੈਂਸ਼ੀਅਲ ਕਰੈਕਟਰਿਸਟਿਕਸ ਹਨ, ਦੋ ਖਾਸ ਕਰਕੇ। ਕਿਹੜੀਆਂ? ਨੰਬਰ 1, ਪਹਿਲੀ, ਵੈਲੋਸਿਟੀ ਆਫ ਵੇਵ ਪ੍ਰੋਪੀਗੇਟਿੰਗ ਅਲੋਂਗ ਦੀ ਸਟਰਕਚਰ ਸ਼ੁੱਡ ਬੀ ਸਮਾਲਰ ਦੈਨ ਦੀ ਵੈਲੋਸਿਟੀ ਆਫ ਲਾਈਟ। ਠੀਕ ਹੈ, obviously, so that beam and the wave along the structure can travel with equal velocity. ਵੈਲੋਸਿਟੀ ਆਫ ਲਾਈਟ ਨਾਲੋਂ ਜਿਹੜੀ ਵੈਲੋਸਿਟੀ ਵਿੱਚ ਉਹਦੇ ਪ੍ਰੋਪੀਗੇਟ ਕਰ ਰਹੀ ਆ ਉਹ ਤੋਂ ਘੱਟ ਹੋਣੀ ਚਾਹੀਦੀ ਹੈ, ਤਾਂ ਕਿ ਇਲੈਕਟ੍ਰੋਨ ਬੀਮ ਤੇ ਜਿਹੜੀ ਵੇਵ ਆ ਉਹ ਸਟਰਕਚਰ ਦੇ ਅਲੋਂਗ ਇੱਕੋ ਜਿੰਨੀ ਸਪੀਡ ਦੇ ਨਾਲ, ਸੇਮ ਵੈਲੋਸਿਟੀ ਦੇ ਨਾਲ, ਇਕੁਅਲ ਵੈਲੋਸਿਟੀ ਨਾਲ ਟਰੈਵਲ ਕਰ ਸਕਣ। ਪਹਿਲੀ ਕੰਡੀਸ਼ਨ। ਦੂਜੀ ਕੰਡੀਸ਼ਨ, ਦ ਵੇਵ ਸ਼ੁੱਡ ਹੈਵ ਐਨ ਇਲੈਕਟ੍ਰਿਕ ਫੀਲਡ ਕੰਪੋਨੈਂਟ ਪੈਰਲਲ ਟੂ ਦੀ ਬੀਮ ਐਕਸਿਸ। अब समझ आ गई? ਜਿਹੜੀ ਆਰਐਫ ਫੀਲਡ ਜਾ ਰਿਹਾ, ਜਿਹੜੀ ਵੇਵ ਜਾ ਰਹੀ ਆ, ਉਹ ਨੈਚੁਰਲੀ ਉਹਦੇ ਦੋ ਕੰਪੋਨੈਂਟ ਤਾਂ ਹੈਗੇ ਹੀ ਆ, ਕਿਉਂਕਿ ਜਿਹੜਾ એનર્ਜੀ ਆ ਉਹ ਇਲੈਕਟ੍ਰਿਕ ਫੀਲਡ ਵੀ ਹੈ ਤੇ ਉਹਦਾ ਮੈਗਨੈਟਿਕ ਫੀਲਡ। ਜਿਹੜਾ ਉਹਦਾ ਇਲੈਕਟ੍ਰਿਕ ਫੀਲਡ ਕੰਪੋਨੈਂਟ ਆ ਉਹ ਬੀਮ ਐਕਸਿਸ ਦੇ ਪੈਰਲਲ ਹੋਣਾ ਚਾਹੀਦਾ, ਸੋ ਦੈਟ, ਠੀਕ ਹੈ ਨਾ, ਸੋ ਦੈਟ ਇੰਟਰੈਕਸ਼ਨ, ਜੇ ਪੈਰਲਲ ਨਹੀਂ ਹੋਊਗਾ ਤਾਂ ਇੰਟਰੈਕਸ਼ਨ ਨਹੀਂ ਹੋਣੀ। ਜੇ ਉਹ ਪਰਪੈਂਡੀਕੂਲਰ ਹੋਇਆ ਤੇ ਇੰਟਰੈਕਸ਼ਨ ਨਹੀਂ ਹੋਣੀ ਹੈ ਨਾ, ਉਹ ਪੈਰਲਲ ਹੀ ਹੋਣਾ ਚਾਹੀਦਾ, ਤਾਂ ਇੰਟਰੈਕਸ਼ਨ ਹੋਏਗੀ। ਕੈਨ ਟੇਕ ਪਲੇਸ ਬਿਟਵੀਨ ਦੀ ਇਲੈਕਟ੍ਰੋਨ ਬੀਮ ਐਂਡ ਦੀ ਸਲੋ ਵੇਵ longitudinal electric field. पता लग गया? These two requirements can be met by the above slow wave structure. Helix is however the most commonly used. So ਆ ਜਿਹੜੀਆਂ ਦੋ essential requirements ਆ ਇਹ slow wave structure ਹੀ provide ਕਰਦਾ। ਪਤਾ ਲੱਗ ਗਿਆ? ਇਹ ਕੰਡੀਸ਼ਨ ਫੁੱਲਫਿਲ ਹੋਣੀਆਂ ਜ਼ਰੂਰੀ ਆ, ਤਾਂ ਜਿਹੜੀ ਆ ਉਹ ਟਰੈਵਲਿੰਗ ਵੇਵ ਟਿਊਬ ਜਿਹੜੀ ਆ ਉਹ ਆਪਣੀ ਐਕਸ਼ਨ 'ਚ ਆਏਗੀ। ਹੁਣ ਆਪਾਂ ਇਹਦਾ ਸਟਰਕਚਰ ਵੀ ਦੇਖਦੇ ਹਾਂ ਤੇ ਸਕੀਮੈਟਿਕ ਡਾਇਗਰਾਮ ਦੇਖਦੇ। ਜਿਹੜਾ ਸਕੀਮੈਟਿਕ ਡਾਇਗਰਾਮ ਉਹਦਾ ਸਿੰਬਲਸ ਨਾਲ ਬਣਾਇਆ ਹੁੰਦਾ, ਜਿਹੜੀ ਸਟਰਕਚਰ ਹੈ ਉਹ ਕੰਸਟਰਕਸ਼ਨ ਹੈ। ਤੋ ਆ ਅਸੀਂ ਮੈਂ ਤੁਹਾਨੂੰ ਦਿਖਾ ਦੇਣਾ, ਦੇਖੋ, ਨੋਟ ਕਰੋ ਇਹਦੇ ਵਿੱਚ। ਇਹ ਉਦਾਂ ਡਰਾ ਕਰਨੀ ਥੋੜੀ ਜਿਹੀ ਤੁਹਾਨੂੰ ਟਫ ਹੋਏਗੀ, ਪਰ ਤੁਸੀਂ ਇਹ ਨਾ ਕਰਕੇ ਨੀਚੇ ਦਿੱਤਾ ਹੋਇਆ ਉਹਦਾ ਸਟਰਕਚਰ, ਕੋਈ ਗੱਲ ਨਹੀਂ। ਹੁਣ ਇਹਦੇ ਵਿੱਚ ਨੋਟ ਕਰੋ, ਇੰਨਾ ਪਾਰਟ ਆ ਦੇਖੋ, ਇੰਨਾ ਪਾਰਟ ਇਹਦੇ ਵਿੱਚ ਆ ਗਨ ਐਨੋਡ ਹੈ ਤੇ ਆ ਹੈਗੇ ਆ ਕੈਥੋਡ, ਵਿੱਚ ਉਹਦੇ ਆ ਹੀਟਰ ਲੱਗਾ ਆ। ਠੀਕ ਹੈ, ਤੋ ਕੈਥੋਡ ਨੂੰ ਵੀ ਸਪਲਾਈ ਆ। ਦੂਜੇ ਪਾਸੇ ਇੱਕ ਆ ਆਰਐਫ ਇਨਪੁਟ ਕੈਵਿਟੀ ਆ। ਠੀਕ ਹੈ, ਤੇ ਆ ਆਊਟਪੁੱਟ ਕੈਵਿਟੀ ਆ। ਇੱਥੋਂ ਅਸੀਂ ਆਰਐਫ ਸਿਗਨਲ ਦਿੰਨੇ ਆ। ਜਿਹੜੀ ਆ ਐਸ ਇੱਕ ਕੈਵਿਟੀ ਤੇ ਦੂਜੀ ਕੈਵਿਟੀ ਦੇ ਵਿਚਕਾਰ ਸਪੇਸ ਹੈ। ਠੀਕ ਹੈ, ਆ ਵਿੱਚ ਹੈਲਿਕਸ ਪਾਥ ਪ੍ਰੋਵਾਈਡ ਕੀਤਾ ਤਾਂ ਕਿ ਜਿਹੜੀ ਆਰਐਫ ਫੀਲਡ ਆ ਰਿਹਾ ਉਹਦੀ ਜਿਹੜੀ ਵੈਲੋਸਿਟੀ ਆ ਉਹ ਸਲੋ ਹੋ ਸਕੇ, ਔਰ ਇਧਰੋਂ ਇਲੈਕਟ੍ਰੋਨ ਆਉਣੇ ਨੇ। ਪਤਾ ਲੱਗ ਗਿਆ? ਇਸ ਐਂਡ ਤੋਂ ਇਲੈਕਟ੍ਰੋਨ ਜਿਹੜੇ ਆ ਉਹ ਜਨਰੇਟ ਹੋਣੇ ਆ,
ਇਲੈਕਟ੍ਰੋਨ ਜਿਹੜਾ ਤੇ ਇਧਰੋਂ RF ਦੇਣਾ, ਤੇ RF ਦੀ ਸਪੀਡ ਜ਼ਿਆਦਾ ਆ, ਉਹਨੂੰ ਸਲੋ ਕਰਨ ਵਾਸਤੇ ਵਿੱਚ ਹੈਲਿਕਸ ਪਾਥ ਪ੍ਰੋਵਾਈਡ ਕੀਤਾ। ਠੀਕ ਹੈ, ਅਟੈਨੂਏਟਰ ਕਿਉਂ ਪ੍ਰੋਵਾਈਡ ਕਰਦੇ ਇਹ ਵੀ ਦੱਸੂਗਾ। ਫਿਰ ਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੱਸੀ ਇਹ ਵੀ ਦੱਸਾਂਗੇ। ਠੀਕ ਹੈ, ਤੇ ਜਿਹੜੀ ਦੂਸਰੀ ਆ ਕੈਵਿਟੀ ਤੋਂ ਅਸੀਂ ਆਊਟਪੁੱਟ ਲੈ ਲੈਣੀ ਆ ਐਂਪਲੀਫਾਈਡ, ਤੇ ਇਸ ਐਂਡ ਨੂੰ ਅਸੀਂ ਪੋਜ਼ਿਟਿਵ ਪੋਟੈਂਸ਼ੀਅਲ ਰੱਖਣਾ। ਇਧਰ ਕਲੈਕਟਰ ਪ੍ਰੋਵਾਈਡ ਕੀਤਾ। ਠੀਕ ਹੈ, ਕਲੈਕਟਰ ਦਾ ਆ ਐਂਡ ਜਿਹੜਾ ਇਹਦੇ ਨਾਲ, ਇਧਰਲੇ ਪਾਸੇ ਪੋਜ਼ਿਟਿਵ ਸਪਲਾਈ, ਪਤਾ ਲੱਗ ਗਿਆ। ਕਲੈਕਟਰ ਦਾ ਇਹ ਐਂਡ ਐਸ, ਕਿਉਂਕਿ ਆ ਪੋਜ਼ਿਟਿਵ ਐਨੋਡ ਨੂੰ ਦੇਤਾ, ਐਨੋਡ ਹੈਗਾ ਨਾ, ਪਤਾ ਲੱਗ ਗਿਆ। ਇਹਦਾ ਕਿਉਂ ਕੀ ਪਰਪਸ ਹੈ, ਕਿਉਂਕਿ ਜਿਹੜੇ ਇਧਰੋਂ ਇਲੈਕਟ੍ਰੋਨ ਜਨਰੇਟ ਹੋਣੇ ਆ, ਇਹਦੀ ਪੋਜ਼ਿਟਿਵ ਪੋਟੈਂਸ਼ੀਅਲ ਉਹਨਾਂ ਨੇ ਫਾਸਟ ਖਿੱਚੂ, ਜੀ ਸਰ। ਖਿੱਚ ਕੇ ਅੱਗੇ ਹਾਂਜੀ ਹਾਂਜੀ ਹਾਂ। ਠੀਕ ਹੈ, ਇਸ ਤਰੀਕੇ ਨਾਲ। ਤੋ ਇਹ ਤਾਂ ਸਾਰੀ ਉਹਦੀ ਇੱਕ ਅਸੈਂਬਲੀ ਹੋ ਗਈ। ਇਹਨੂੰ O ਟਾਈਪ ਟਰੈਵਲਿੰਗ ਵੇਵ ਐਂਪਲੀਫਾਇਰ ਵੀ ਕਹਿੰਦੇ ਆ। ਨੀਚੇ ਇਹਦੀ ਸਕੀਮੈਟਿਕ ਹੈ, ਉੱਪਰ ਕੰਸਟਰਕਸ਼ਨ ਸੀ, ਨੀਚੇ ਸਕੀਮੈਟਿਕ ਆ ਦੇਖੋ। ਉੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੈਕਿਊਮ ਟਿਊਬ ਹੈ, ਸਾਰੀ ਗਲਾਸ ਐਨਵਲਪ ਹੈ ਕਿਸਮ ਦਾ। ਔਰ ਇੱਥੇ ਦੇਖੋ ਆ ਕੈਥੋਡ ਇਲੈਕਟ੍ਰੋਨ ਗਨ ਆ, ਇਹ ਕੈਥੋਡ ਵਿੱਚ ਅਸੈਂਬਲੀ ਆ। ਇਲੈਕਟ੍ਰੋਨ ਗਨ ਦੀ ਅਸੈਂਬਲੀ ਆ ਜਿਹਦੇ ਵਿੱਚ ਕੈਥੋਡ ਵੀ ਆ ਤੇ ਫਿਲਾਮੈਂਟ ਵੀ ਆ। ਠੀਕ ਹੈ, ਇਹ ਤਰ੍ਹਾਂ ਕਲੈਕਟਰ ਹੈ, ਇਹਨੂੰ ਨੈਗੇਟਿਵ ਪੋਟੈਂਸ਼ੀਅਲ ਦੇਣਾ, ਕਲੈਕਟਰ ਨੂੰ ਪੋਜ਼ਿਟਿਵ ਦੇਣਾ, ਪਤਾ ਲੱਗ ਗਿਆ। ਔਰ ਇੱਥੋਂ RF ਦਿੰਨੇ ਆ ਤੇ ਇੱਥੋਂ ਅਸੀਂ ਐਂਪਲੀਫਾਈਡ ਆਊਟਪੁੱਟ ਜਿਹੜੀ RF ਰਿਸੀਵ ਕਰ ਲੈਣੀ, ਯਾਨੀ obtain ਕਰਨੀ। ਇਹ ਪਹਿਲੀ ਕੈਵਿਟੀ ਤੇ ਦੂਜੀ ਕੈਵਿਟੀ ਦੇ ਵਿਚਕਾਰ ਜਿਹੜਾ ਗੈਪ ਹੈ ਉਹਦੀ ਲੈਂਥ L ਆ। ਠੀਕ ਹੈ, ਇਹਨੇ ਇਲੈਕਟ੍ਰੋਨ ਬੀਮ ਇੱਥੋਂ ਜਨਰੇਟ ਕਰਨੇ ਆ, ਤੇ ਇੱਧਰ ਨੂੰ ਉਹਦੀ ਡਾਇਰੈਕਸ਼ਨ ਇਸ ਡਾਇਰੈਕਸ਼ਨ ਦੇ ਵਿੱਚ ਉਹ ਮੂਵ ਕਰਨਗੇ। ਔਰ ਇਹ ਜਿਹੜੀ ਆ ਇੱਕ ਸਿੰਗਲ ਹੈਲਿਕਸ ਵਾਇਰ ਪ੍ਰੋਵਾਈਡ ਕੀਤੀ ਹੈ ਤਾਂ ਕਿ ਜਿਹੜਾ RF ਸਿਗਨਲ ਅਸੀਂ ਇੱਥੋਂ ਦੇਣਾ ਉਹਦੀ ਸਪੀਡ ਸਲੋ ਹੋ ਸਕੇ, ਔਰ ਜਿਹੜਾ ਇਲੈਕਟ੍ਰੋਨ ਬੀਮ ਇੱਧਰੋਂ ਜਨਰੇਟ ਹੋਣਾ ਤੇ RF ਫੀਲਡ ਤੇ ਇਲੈਕਟ੍ਰੋਨ ਬੀਮ ਦੀ ਇੰਟਰੈਕਸ਼ਨ ਹੋ ਸਕੇ। ਕਲੀਅਰ ਕਲੀਅਰ। ਹਾਂਜੀ ਸਰ। ਹਾਂ, ਹਾਂਜੀ ਸਰ। ਵਿੱਚ ਹਾਂਜੀ ਸਰ। ਅਟੈਨੂਏਟਰ ਕਿਉਂ ਪ੍ਰੋਵਾਈਡ ਕੀਤਾ ਇਹ ਮੈਂ ਦੱਸਦਾ। ਅੱਛਾ, ਦੂਸਰਾ ਇਹ ਆ ਪਿਚ ਕੀ ਆ ਇਹਦੀ ਵੀ ਗੱਲ ਕਰਨੇ ਆ। ਜਿਹੜੀ ਹੈਲਿਕਸ ਪਾਥ ਆ ਐਦਾਂ ਪ੍ਰੋਵਾਈਡ ਕੀਤਾ, ਤੇ ਇਹਦੇ ਵਿੱਚ ਆ ਐਂਗਲ ਜਿਹੜਾ ਇਹਨੂੰ ਪਿਚ ਐਂਗਲ ਕਹਿੰਦੇ ਆ, ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਠੀਕ ਹੈ, ਸੋ ਇਹ ਇਹਦੀ ਸਕੀਮੈਟਿਕ ਡਾਇਗਰਾਮ ਸੀ। ਇਹਨੂੰ O ਟਾਈਪ ਅਸੀਂ ਮੈਗਨੀਟ੍ਰੋਨ ਨਹੀਂ ਆ, ਇਹ ਟਰੈਵਲਿੰਗ ਵੇਵ ਟਿਊਬ ਆ, ਮੈਗਨੀਟ੍ਰੋਨ ਨਹੀਂ ਹੈ, ਇਹਦੇ ਗਲਤ ਲਿਖਿਆ। ਠੀਕ ਹੈ, ਦਿਸ ਇਜ਼ ਏ ਟਰੈਵਲਿੰਗ ਵੇਵ ਟਿਊਬ, ਆ ਗਲਤ ਹੈ, O ਟਾਈਪ ਟਰੈਵਲਿੰਗ ਵੇਵ ਟਿਊਬ। ਕਲੀਅਰ। ਹਾਂਜੀ ਸਰ। ਆ ਕਰੈਕਸ਼ਨ ਕਰ ਲੈਣੀ ਜਿਹੜੀ ਤੁਸੀਂ ਬੁੱਕ ਲਾਓਗੇ। ਸੋ ਫੋਲੋਇੰਗ ਮੇਨ ਪਾਰਟਸ ਆ, ਇਲੈਕਟ੍ਰੋਨ ਗਨ ਅਸੈਂਬਲੀ ਆ, ਫੋਕਸਿੰਗ ਇਲੈਕਟ੍ਰੋਡ ਆ ਇਹਦੇ ਉੱਪਰ, ਤਾਂ ਕਿ ਇਲੈਕਟ੍ਰੋਨਸ ਜਿਹੜੇ ਨਿਕਲਣੇ ਉਹ ਡਿਸਪਰਸ ਨਾ ਹੋ ਸਕਣ। ਅਟੈਨੂਏਟਰ ਇਨਪੁਟ ਗਾਈਡ ਫॉर RF ਇਨਪੁਟ। ਠੀਕ ਹੈ, ਆਊਟਪੁੱਟ ਗਾਈਡ ਫॉर RF ਆਊਟਪੁੱਟ। ਇਹਦਾ ਮਤਲਬ ਇਨਪੁੱਟ ਤੇ ਆਊਟਪੁੱਟ ਤੇ ਵੀ ਗਾਈਡ ਪ੍ਰੋਵਾਈਡ ਕੀਤੇ ਹੋਇਆ, ਫੋਕਸਿੰਗ ਗਾਈਡ ਕਹਿੰਦੇ ਜਿਹਨੂੰ। ਇੱਕ ਹੈਲਿਕਸ ਕੋਇਲ ਵਿੱਚ ਪ੍ਰੋਵਾਈਡ ਕੀਤੀ ਸਲੋ ਵੇਵ ਸਟਰਕਚਰ ਦੀ ਤਰ੍ਹਾਂ। ਸੋ ਐਕਸ਼ੀਅਲ ਮੈਗਨੈਟਿਕ ਫੋਕਸਿੰਗ ਦਿੱਤੀ ਆ, ਮਤਲਬ ਐਕਸ਼ੀਅਲੀ ਉਹੀ ਫਿਰ ਜਿਹੜਾ ਇਲੈਕਟ੍ਰੋਨ ਬੀਮ ਉਹ ਡਿਸਪਰਸ ਨਾ ਹੋਵੇ। ਤੇ ਆ ਕਲੈਕਟਰ ਇੱਕ ਇਲੈਕਟ੍ਰੋਡ ਆ ਟਰਮੀਨਲ ਜਿਹਨੂੰ ਅਸੀਂ ਪੋਜ਼ਿਟਿਵ ਪੋਟੈਂਸ਼ੀਅਲ ਤੇ ਰੱਖਿਆ। ਠੀਕ ਹੈ, ਹੁਣ ਕਹਿੰਦਾ ਕਿ ਇਲੈਕਟ੍ਰੋਨ ਗਨ ਇਜ਼ ਯੂਜ਼ਡ ਟੂ ਪ੍ਰੋਡਿਊਸ ਅ ਵੈਰੀ ਨੈਰੋ ਇਲੈਕਟ੍ਰੋਨ ਬੀਮ ਵਿਚ ਇਜ਼ ਪਾਸ ਥਰੂ ਦੀ ਸੈਂਟਰ ਆਫ ਦੀ ਲੌਂਗ ਐਕਸ਼ੀਅਲ ਹੈਲਿਕਸ। ਠੀਕ ਹੈ, helix and anode are made positive with respect to cathode and collector even more positive. Thus beam is attracted toward the collector and acquires high velocity. Naturally ਦੂਜੇ ਐਂਡ ਨੂੰ ਅਸੀਂ ਜੇ ਹਾਈ ਪੋਜ਼ਿਟਿਵ ਪੋਟੈਂਸ਼ੀਅਲ ਤੇ ਰੱਖਾਂਗੇ ਤੇ ਪੋਜ਼ਿਟਿਵ ਚਾਰਜ ਇਲੈਕਟ੍ਰੋਨਸ ਦੇ ਨੈਗੇਟਿਵ ਚਾਰਜ ਨੂੰ ਫਾਸਟ ਖਿੱਚੇਗਾ। ਕਲੀਅਰ। ਸੋ ਇਨ ਟਰੈਵਲਿੰਗ ਵੇਵ ਟਿਊਬ electron beam is required to travel a much longer distance and a focusing mechanism becomes necessary to prevent them from spreading। ਪਹਿਲੇ ਦੱਸਤਾ longer distance ਮਤਲਬ ਕਿਉਂਕਿ ਜਿਹੜੀ ਟਿਊਬ ਆ ਥੋੜੀ ਲੈਂਥੀ ਆ, ਇਲੈਕਟ੍ਰੋਨ ਬੀਮ ਜਿਹੜੇ ਜਨਰੇਟ ਹੋਣੇ ਗਨ ਤੋਂ ਉਹਨੇ ਟਰੈਵਲ ਕਰਨਾ ਲੋਂਗਰ ਡਿਸਟੈਂਸ। ਇਸ ਕਰਕੇ ਅਸੀਂ ਫੋਕਸਿੰਗ ਮੈਕੈਨਿਜ਼ਮ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਜਿਹੜੇ ਇਲੈਕਟ੍ਰੋਨ ਜਿਹੜਾ ਬੀਮ ਆ ਉਹ ਸਪਰੈਡ ਹੋਣ ਤੋਂ ਬਚ ਸਕੇ। ਪਤਾ ਲੱਗ ਗਿਆ। ਹਾਂਜੀ ਸਰ। ਡਿਸਪਰਸ ਹੋਣ ਤੋਂ। ਫਿਰ ਐਕਸਟਰਨਲ ਮੈਗਨੈਟਿਕ ਫੀਲਡ ਅਸੀਂ ਅਪਲਾਈ ਕਰਦੇ ਅਲੋਂਗ ਦੀ ਐਕਸਿਸ ਵਿਚ ਕੈਨ ਆਲਸੋ ਫੋਕਸ ਦੀ ਇਲੈਕਟ੍ਰੋਨਸ। hence helix is a loosely bound helical wire which is used to work as a slow wave structure. RF signal which is to be amplified is applied to the end of helix adjacent to the electron gun obviously। ਜਿਹੜੀਆਂ ਹੈਲਿਕਸ ਜਿਹੜੀ ਵਾਇਰ ਹੈ
ਜਾਂ ਉਹ ਪਾਥ ਆ, ਉਹਦੇ ਐਂਡ ਤੇ ਨਾਲ ਹੀ ਕੈਵਿਟੀ ਰੱਖੀ ਆ ਤੇ ਪਿਛਲੇ ਪਾਸੇ ਇਲੈਕਟ੍ਰੋਨ ਗਨ ਆ। ਆਪਾਂ ਐਂਪਲੀਫਾਈ ਸਿਗਨਲ ਉੱਥੇ ਦਿੰਦੇ, ਮਤਲਬ ਜਿਹੜਾ ਸਿਗਨਲ ਨੂੰ ਐਂਪਲੀਫਾਈ ਕਰਨਾ ਅਸੀਂ RF ਸਿਗਨਲ ਦੀ ਫਸਟ ਕੈਵਿਟੀ ਤੇ ਦਿੰਦੇ ਹਾਂ। RF signal propagates around the turns of the helix wire and it produces component of electric field। ਜਦੋਂ ਜਿਹੜਾ RF signal ਨੇ ਹੈਲਿਕਸ ਵਾਇਰ ਦੀਆਂ ਟਰਨਸ ਦੇ ਅਰਾਊਂਡ ਪ੍ਰੋਪੇਗੇਟ ਕਰਨਾ, it produces component of electric field inside the helix। पता लग गया? directed along the helix। तो इस तरीके ਦੇ ਨਾਲ ਆ ਦੇਖੋ ਜਿੱਦਾਂ, ਠੀਕ ਹੈ ਨਾ, ਇਸ ਤਰੀਕੇ ਨਾਲ ਇਲੈਕਟ੍ਰਿਕ ਫੀਲਡ ਕੰਪੋਨੈਂਟ ਜਿਹੜਾ ਉਹਨੇ RF ਸਿਗਨਲ ਦੁਆਰਾ ਇਲੈਕਟ੍ਰਿਕ ਫੀਲਡ ਜਿਹੜਾ ਕੰਪੋਨੈਂਟ ਹੈ ਉਹ ਉਸ ਦੀ ਡਾਇਰੈਕਸ਼ਨ ਦੇ ਵਿੱਚ ਆ ਜਾਂਦਾ। ਜਿੱਦਾਂ ਬਾਰ ਦਿੱਤਾ ਇਲੈਕਟ੍ਰਿਕ ਫੀਲਡ ਅਲੋਂਗ ਦੀ ਵਾਇਰ, ਤੇ ਜਿਹੜਾ ਹੁਣ ਪੈਰਾਂ 'ਚ ਐਕਸ ਲਿਖਿਆ ਕੰਪੋਨੈਂਟ ਆਫ ਇਲੈਕਟ੍ਰਿਕ ਫੀਲਡ ਅਲੋਂਗ ਦੀ ਐਕਸਸ। ਠੀਕ ਹੈ, ਜਿਹੜਾ ਅਲੋਂਗ ਦੀ ਵਾਇਰ ਆ ਉਹ ਇਲੈਕਟ੍ਰਿਕ ਫੀਲਡ E ਆ, ਜਿਹੜਾ ਅਲੋਂਗ ਦੀ ਐਕਸਸ ਹੈ ਉਹ EX ਲਿਖਤਾ, ਯਾਨੀ ਐਕਸ ਐਕਸਿਸ ਦੇ ਵਿੱਚ ਆ ਇਲੈਕਟ੍ਰਿਕ ਫੀਲਡ ਕੰਪੋਨੈਂਟ ਹੈ। ਔਰ ਇਹ RF ਜਿਹੜਾ ਇਲੈਕਟ੍ਰੋਨ ਬੀਮ ਹੈ ਉਹਦੇ ਇਹ ਪੈਰਲਲ ਹੋਏਗਾ, ਤਦੀ ਇੰਟਰੈਕਸ਼ਨ ਹੋਣੀ ਹੈ। ਕਲੀਅਰ? ਹਾਂਜੀ ਸਰ। ਜੀ ਸਰ। ਹਾਂ, ਦੀ ਜੀ sir। amplified output signal is obtained at the other end as the outside of the helix। Beam must be narrow and correctly focused so that it will pass through the center of the helix without touching the helix itself। ਹੁਣ ਜਿਹੜਾ ਬੀਮ ਹੈਲਿਕਸ ਵਾਇਰ ਵਿੱਚ ਹੀ ਪਾਸ ਕਰਨਾ, ਉਹਨੂੰ ਟੱਚ ਨਹੀਂ ਕਰਨਾ ਚਾਹੀਦਾ, ਕਿਉਂਕਿ ਹੈਲਿਕਸ ਜਿਹੜੀ ਵਾਇਰ ਆ ਉਹਦੇ ਵਿੱਚ ਹੀ ਸਿਰਫ RF ਫੀਲਡ ਦੇ ਸਿਗਨਲ ਨੇ ਹੀ ਪਾਸ ਕਰਨਾ। ਜਿਹੜਾ ਇਲੈਕਟ੍ਰੋਨ ਬੀਮ ਹੈ ਉਹ ਜਿੱਦਾਂ ਆਪਾਂ ਸਪਰਿੰਗ ਜਿਹਾ ਬਣਾ ਦਈਦਾ, ਉਹਦੇ ਵਿੱਚ ਕਾਰ ਗੈਪ ਜਿਹਾ ਆ ਜਾਂਦਾ ਨਾ, ਮੰਨ ਲਓ ਉਹਦੀਆਂ ਐਂਡਸ ਨੂੰ, ਵਾਇਰਸ ਨੂੰ ਟੱਚ ਨਾ ਕਰੇ। ਤੇ ਜਿਹੜਾ ਇਲੈਕਟ੍ਰੋਨ ਬੀਮ ਹੈ ਇਸੇ ਕਰਕੇ ਉਹ ਸ਼ਾਰਪ ਹੋਣਾ ਚਾਹੀਦਾ ਔਰ ਫੋਕਸਡ ਹੋਣਾ ਚਾਹੀਦਾ। ਪਤਾ ਲੱਗ ਗਿਆ? ਠੀਕ ਹੈ। ਤੇ ਅਟੈਨੂਏਟਰ ਆਫ ਕੋਰਸ ਰਿਡਿਊਸ ਦੀ ਗੇਨ ਆਫ ਦੀ ਟਿਊਬ ਬਟ ਪ੍ਰੀਵੈਂਟਸ ਅਨਵਾਂਟਡ ਆਸੀਲੇਸ਼ਨਸ। ਹਾਂ, ਉਹ ਕਹਿੰਦਾ ਅਟੈਨੂਏਟਰ ਦਾ ਮਤਲਬ ਹੁੰਦਾ ਲਾਸ ਪ੍ਰੋਵਾਈਡ ਕਰਨਾ, ਜਿਹੜਾ ਲਾਸ ਇੰਟਰੋਡਿਊਸ ਕਰਨਾ। ਕਹਿੰਦਾ ਨੋ ਡਾਊਟ ਗੇਨ ਟਿਊਬ ਦੇ ਗੇਨ ਨੂੰ ਘਟਾਉਂਦਾ, ਪਰ ਨਾਲ ਨਾਲ ਅਨਵਾਂਟਡ ਆਸੀਲੇਸ਼ਨ ਜਿਹੜੀਆਂ ਉਹਨੂੰ ਜਾਨੀ ਇੱਕ ਕਿਸਮ ਦਾ ਪ੍ਰੀਵੈਂਟ ਵੀ ਕਰਦਾ। ਕਲੀਅਰ? ਹਾਂਜੀ ਸਰ। ਹਾਂ, ਠੀਕ ਹੈ। ਹੁਣ ਆਪਰੇਸ਼ਨ ਕੀ ਹੈ? ਐਨ ਇਲੈਕਟ੍ਰਿਕ ਫੀਲਡ ਇਜ਼ ਪ੍ਰੋਡਿਊਸ, ਪਹਿਲਾਂ ਦੱਸਿਆ ਸੀ ਜਦੋਂ RF ਫੀਲਡ ਅਸੀਂ RF ਸਿਗਨਲ ਦਿੰਦੇ ਆ, ਇਹ ਪ੍ਰੋਪੇਗੇਟਸ ਅਰਾਊਂਡ ਦੀ ਟਰਨਸ ਆਫ ਦੀ ਹੈਲਿਕਸ। ਦਿਸ RF ਫੀਲਡ ਪ੍ਰੋਪੇਗੇਟਸ ਵਿਦ ਦੀ ਵੈਲੋਸਿਟੀ ਆਫ ਲਾਈਟ। ਓਬਵੀਅਸਲੀ ਇਹਨੇ ਤਾਂ ਵੈਲੋਸਿਟੀ ਆਫ ਲਾਈਟ ਨਾਲ ਹੀ ਪ੍ਰੋਪੇਗੇਟ ਕਰਨਾ, ਪਰ ਜਿਹੜਾ ਐਕਸ਼ੀਅਲ ਇਲੈਕਟ੍ਰਿਕ ਫੀਲਡ ਇਹਦੇ ਕਰਕੇ ਪ੍ਰੋਡਿਊਸ ਡਿਊ ਟੂ RF ਸਿਗਨਲ ਟਰੈਵਲਸ ਵਿਦ ਦੀ ਵੈਲੋਸਿਟੀ ਆਫ ਲਾਈਟ ਮਲਟੀਪਲਾਈਡ। ਅੱਛਾ, ਉਹ ਕਿਦਾਂ? ਜਿਹੜਾ ਹੁਣ ਇਲੈਕਟ੍ਰਿਕ ਫੀਲਡ ਕੰਪੋਨੈਂਟ ਹੈ EX, ਜਿੱਦਾਂ ਆਪਾਂ ਲਿਖਿਆ ਸੀ ਉਸ ਐਕਸਿਸ, ਉਹਦੇ ਐਕਸਿਸ ਦੇ ਅਲੋਂਗ ਜਿਹੜਾ RF ਫੀਲਡ ਕਰਕੇ ਇਹ ਇਲੈਕਟ੍ਰਿਕ ਫੀਲਡ ਕੰਪੋਨੈਂਟ ਪ੍ਰੋਡਿਊਸ ਹੋ ਗਿਆ। ਇਹਦੀ ਵੈਲੋਸਿਟੀ ਕਿੰਨੀ ਹੈ? ਕਹਿੰਦਾ ਵੈਲੋਸਿਟੀ ਆਫ ਲਾਈਟ ਇਨਟੂ ਮਲਟੀਪਲਾਈ ਕੀ ਹੋਣਾ? ਰੇਸ਼ੀਓ ਆਫ ਦੀ ਹੈਲਿਕਸ ਪਿਚ ਟੂ ਦੀ ਹੈਲਿਕਸ ਸਰਕਮਫਰੈਂਸ। ਪਤਾ ਲੱਗ ਗਿਆ? ਆ ਦੇਖੋ, ਜਿੱਦਾਂ ਜਿਹੜੀ ਉਹ ਵੈਲੋਸਿਟੀ ਆ ਉਹਨੂੰ ਗੁਣਾ ਕਿਹਦੇ ਨਾਲ ਕਰਨਾ? ਇਹਦੇ ਨਾਲ ਮੈਥਮੈਟਿਕਲੀ। ਜਿੱਦਾਂ ਆ ਪਹਿਲਾਂ ਵੈਲੋਸਿਟੀ ਆਫ ਲਾਈਟ ਇਨਟੂ ਰੇਸ਼ੀਓ ਆਫ ਪਿਚ ਟੂ ਦੀ ਸਰਕਮਫਰੈਂਸ, ਸਰਕਮਫਰੈਂਸ 2πr ਆ ਗਿਆ। ਪਤਾ ਲੱਗ ਗਿਆ ਨਾ? ਐਕਸ਼ੀਅਲ ਵੈਲੋਸਿਟੀ, ਜਿਹੜੀ ਐਕਸ਼ੀਅਲ ਫੇਜ਼ ਵੈਲੋਸਿਟੀ ਕੀ ਆ, ਉਹ ਵੈਲੋਸਿਟੀ ਆਫ ਲਾਈਟ ਇਨਟੂ ਹੈਲਿਕਸ ਪਿਚ ਓਵਰ ਹੈਲਿਕਸ ਸਰਕਮਫਰੈਂਸ। तो पिच किया, पिच ऊपर लिखता, पिच ਨੂੰ ਮੰਨ ਲਓ ਅਸੀਂ P ਨਾਲ ਲਿਖ ਲਿਆ ਸਪੋਜ਼, ਠੀਕ ਹੈ, P ਨਾਲ। ਥੱਲੇ ਆ ਪਾਈ ਆ 2r d ਦੇ ਬਰਾਬਰ ਹੋ ਗਿਆ ਡਾਇਆ, ਠੀਕ ਹੈ। ਤੋ ਇੱਥੇ ਜਿਹੜੀ V ਦੇ ਪੈਰਾਂ 'ਚ P ਆ ਉਹ ਐਕਸ਼ੀਅਲ ਫੇਜ਼ ਵੈਲੋਸਿਟੀ ਹੋ ਗਈ, ਪੈਰਾਂ 'ਚ C ਵੈਲੋਸਿਟੀ ਆਫ ਲਾਈਟ ਇਨ ਵੈਕਿਊਮ, ਆ ਪਿਚ ਆਫ ਦੀ ਹੈਲਿਕਸ ਹੈ, ਆ D ਜਿਹੜੀ ਆ ਡਾਇਆਮੀਟਰ ਆਫ ਦੀ ਹੈਲਿਕਸ ਹੈ ਤੇ ਆ ਰੇਡੀਅਸ ਆਫ ਦੀ ਹੈਲਿਕਸ ਹੈ। ਪਤਾ ਲੱਗ ਗਿਆ? ਹੁਣ ਜਿਹੜੀ ਮਤਲਬ ਜਿਹੜਾ ਇਹ ਜਿਹੜੀ ਆ ਕੰਪੋਨੈਂਟ ਹੈ VP, ਇਹ ਐਕਸ਼ੀਅਲ ਫੇਜ਼ ਵੈਲੋਸਿਟੀ, ਇਹ ਉਸ ਇਲੈਕਟ੍ਰਿਕ ਫੀਲਡ ਦੀ ਦੀ ਵੈਲੋਸਿਟੀ ਆ ਜਿਹੜਾ RF ਫੀਲਡ ਕਰਕੇ ਪ੍ਰੋਡਿਊਸ ਹੋਇਆ, ਠੀਕ ਹੈ। The above equation indicates the amount of slowing down which is determined by the path of the spiral। तो ਇਹ ਜਿਹੜੀ ਇਕੁਏਸ਼ਨ ਹੈ ਇਸ ਵੈਲੋਸਿਟੀ ਨਾਲ ਜੇ ਸਿਗਨਲ ਪ੍ਰੋਪੇਗੇਟ ਕਰੇਗਾ, ਆਪਾਂ ਉਹਨੂੰ ਸਲੋ ਵੇਵ ਸਟਰਕਚਰ ਨਾਲ ਇਹਦੀ ਸਪੀਡ ਨੂੰ ਸਲੋ ਕਰਤਾ ਨਾ, ਠੀਕ ਹੈ, ਕਰੇਗਾ। ਤੇ ਇਹ ਹੁਣ ਜਿਹੜੀ ਇਹ ਇਲੈਕਟ੍ਰਿਕ ਫੀਲਡ ਕੰਪੋਨੈਂਟ ਹੈ ਇਹ ਇਲੈਕਟ੍ਰੋਨ ਬੀਮ ਦੇ ਨਾਲ ਇੰਟਰੈਕਸ਼ਨ ਕਰੇਗਾ ਤੇ ਇਲੈਕਟ੍ਰੋਨ ਵੰਚ ਬਣਨਗੇ ਤੇ ਉਹ ਆਪਣੀ એનર્ਜੀ ਉਹਨੂੰ ਟ੍ਰਾਂਸਫਰ ਕਰਦੇ ਜਾਣਗੇ। ਸੋ ਇਲੈਕਟ੍ਰਿਕ ਫੀਲਡ ਪ੍ਰੋਗਰੈਸਿਸ ਵਿਦ ਦੀ ਵੈਲੋਸਿਟੀ ਕਲੋਜ਼ ਟੂ ਦੀ ਵੈਲੋਸਿਟੀ ਆਫ ਦੀ ਇਲੈਕਟ੍ਰੋਨਸ। ਪਤਾ ਲੱਗ ਗਿਆ?
ਹੁਣ ਜਿਹੜਾ ਇਲੈਕਟ੍ਰਿਕ ਫੀਲਡ ਬਣਿਆ ਇਹ ਅੱਗੇ ਮੂਵ ਕਰੇਗਾ ਕਿਸ ਵੈਲੋਸਿਟੀ ਨਾਲ, ਜਿਹੜੀ ਜਿੰਨੀ ਕੁ ਇਲੈਕਟ੍ਰੋਨ ਦੀ ਵੈਲੋਸਿਟੀ ਹੈ ਉਹ ਮਤਲਬ ਕਲੋਜ਼ ਟੂ ਦੀ ਵੈਲੋਸਿਟੀ ਆਫ ਦੀ ਇਲੈਕਟ੍ਰੋਨਸ। ਆ ਪਰਪਸ ਕੀ ਸੀਗਾ, ਪਰਪਸ ਕੀ ਸਾ, ਜਿਹੜਾ ਆਰਐਫ ਫੀਲਡ ਹੈ ਉਹਦੀ ਸਪੀਡ ਨੂੰ ਸਲੋ ਕਰਨਾ। ਸੋ ਦਿਸ ਵੈਲੋਸਿਟੀ ਇਜ਼ ਐਡਜਸਟਡ ਬਾਈ ਸਿਲੈਕਟਿੰਗ ਸੁਟੇਬਲ ਵੈਲਿਊ ਆਫ ਦੀ ਪਿਚ ਐਂਗਲ। ਠੀਕ ਹੈ 5 ਮਿੰਟ ਆ ਮੈਂ ਲੈਕਚਰ ਚੱਲਦਾ, ਫਿਰ ਉਸ ਤੋਂ ਬਾਅਦ ਬੁਲਾਉਣਾ ਮੈਂ ਤੁਹਾਨੂੰ। ਠੀਕ ਹੈ बेटे मैं लेक्चर ਨੂੰ ਕਿੱਦਾਂ ਰੋਕ ਸਕਦਾ, ਆਨਲਾਈਨ ਚੱਲ ਰਿਹਾ ਲੈਕਚਰ। ਹਾਂ this velocity is adjusted by selecting electric field progresses with the velocity close to the velocity of electrons। ਪਤਾ ਲੱਗ ਗਿਆ ਨਾ। ਸੋ ਜਿਹੜਾ ਇਲੈਕਟ੍ਰਿਕ ਫੀਲਡ ਆਰਐਫ ਫੀਲਡ ਕਰਕੇ ਪ੍ਰੋਡਿਊਸ ਹੋਇਆ ਇਸ ਸਲੋ ਵੇਵ ਸਟਰਕਚਰ ਦੇ ਵਿੱਚ, ਇਹਦੀ ਸਪੀਡ ਸਲੋ ਹੋ ਗਈ, ਉਹ ਵੈਲੋਸਿਟੀ ਆਫ ਇਲੈਕਟ੍ਰੋਨਸ ਦੇ ਕਲੋਜ਼ ਹੋ ਗਏ, ਆਲਮੋਸਟ ਸਿਮਿਲਰ। ਸੋ ਦਿਸ ਵੈਲੋਸਿਟੀ ਇਜ਼ ਐਡਜਸਟਡ ਬਾਈ ਸਿਲੈਕਟਿੰਗ ਸੁਟੇਬਲ ਵੈਲਿਊ ਆਫ ਦੀ ਪਿਚ ਐਂਗਲ। तो ਅਸੀਂ ਇਸ ਵੈਲੋਸਿਟੀ ਨੂੰ ਐਡਜਸਟ ਕਿੱਦਾਂ ਕਰਦੇ ਆ, ਪਿਚ ਐਂਗਲ ਨੂੰ ਡਿਸਾਈਡ ਕਰ ਲਓ। ਪਿਚ ਐਂਗਲ ਦੇਖਿਆ ਟਰਨਾਂ ਦੇ ਵਿੱਚ ਐਂਗਲ ਨਹੀਂ ਬਣਿਆ ਦਿਖਾਇਆ, phi = tan ਇਨਵਰਸ ਪਿਚ ਓਵਰ 2πr। ਕਲੀਅਰ? ਹੈਲੋ ਹਾਂਜੀ ਸਰ। helix provides least change in this axial phase velocity with frequency, so it is preferred over other slow wave structures। ठीक है, interaction between the two takes place when the velocity of the electron beam becomes approximately equal to the rate of the moving axial field। so naturally ਜਦੋਂ ਉਹ ਦੋਨੋਂ ਬਰਾਬਰ ਹੋਗਾ ਫਿਰ ਇੰਟਰੈਕਸ਼ਨ ਹੋ ਜਾਣੀ ਦੋਨਾਂ ਚ। so during this interaction electron beam delivers energy to the RF wave on the helix, means amplified। तो इलेक्ट्रॉन बीम इस इंटरैक्शन के दौरान ਜਿਹੜਾ ਇਲੈਕਟ੍ਰੋਨ ਬੀਮ ਆ ਉਹਨੇ ਆਪਣੀ ਜਿਹੜੀ એનર્ਜੀ ਆ ਉਹ ਆਰਐਫ ਵੇਵ ਨੂੰ ਦੇ ਦੇਣੀ ਹੈ। ਠੀਕ ਹੈ, ਤੇ ਹੈਲਿਕਸ ਦੇ ਵਿੱਚ ਤੇ ਉਹਨੇ ਐਮਪਲੀਫਾਈ ਹੋ ਜਾਣਾ। ਹੁਣ ਅਸੀਂ ਦੇਖੀਏ ਵੀ ਇਹ ਹੁੰਦਾ ਕਿਦਾਂ, ਲੈਟਸ ਸੀ ਹਾਊ ਐਕਚੁਅਲੀ ਇਟ ਹੈਪਨਸ। ਠੀਕ ਹੈ, देयर आर मैनी ਕਹਿੰਦਾ ਆਰਐਫ ਸਾਈਕਲਸ ਇਨ ਦੀ ਲੈਂਥ ਆਫ ਦਾ ਟਿਊਬ। ਠੀਕ ਹੈ, ਆਬਵੀਅਸਲੀ ਜਿਹੜੇ ਆਰਐਫ ਹੈ ਉਹ ਤਾਂ ਮਾਈਕ੍ਰੋਵੇਵ ਸਿਗਨਲ ਹੈ, ਤੇ ਜਿਹੜਾ ਜੇ 1 ਗੀਗਾਹਰਟਜ਼ ਲਈਏ ਮੰਨ ਲਓ, ਤੇ 1 ਗੀਗਾਹਰਟਜ਼ ਦਾ ਮਤਲਬ ਹੈ 100 ਕਰੋੜ ਸਾਈਕਲ 1 ਸੈਕਿੰਡ ਚ, तो आर साइकिल तो बहुत होने हैं। so there are many RF cycles in the length of the tube। so whenever the RF voltage means positive voltage, the nearby electrons are accelerated, and whenever the RF voltage is negative, the nearby electrons are slowed down। so the complete mechanism पता लग गया। ਹੁਣ ਜਦੋਂ ਉਹ ਜਿਹੜੀ RF ਵੋਲਟੇਜ ਕਰਕੇ ਜਦੋਂ ਤੱਕ ਪੋਜ਼ਿਟਿਵ ਉਹਨੇ ਇਲੈਕਟ੍ਰੋਨ ਫੇਸ ਕੀਤਾ, ਜਦ ਇਲੈਕਟ੍ਰੋਨਸ ਨੇ ਜਦੋਂ ਪੋਜ਼ਿਟਿਵ ਹਾਫ ਫੇਸ ਕੀਤਾ ਤੇ ਉਹਦੀ ਸਪੀਡ ਫਾਸਟ ਹੋ ਜਾਣੀ ਆ, ਤੇ ਜਦੋਂ ਇਲੈਕਟ੍ਰੋਨਸ ਨੇ ਨੈਗੇਟਿਵ ਹਾਫ ਫੇਸ ਕੀਤਾ ਆਰਐਫ ਸਿਗਨਲ ਦਾ, ਉਹਦੀ ਸਪੀਡ ਸਲੋ ਹੋ ਜਾਣੀ ਹੈ। ਤੋ ਹਾਂ ਇਸ ਤਰੀਕੇ ਨਾਲ ਆ ਦੇਖੋ, ਜਦੋਂ ਤਾਂ ਪੋਜ਼ਿਟਿਵ ਹਾਫ ਫੇਸ ਕੀਤਾ, ਠੀਕ ਹੈ, ਇਟ ਮੀਨਸ ਉੱਥੇ ਬੰਚ ਬਣੂ। ਜਦੋਂ ਨੈਗੇਟਿਵ ਹਾਫ ਫੇਸ ਕੀਤਾ ਫਿਰ ਕੀ ਹੋਣਾ ਪਤਾ, ਜਾਨੀ ਇਹ ਕਹਿ ਲਓ ਵੀ ਪੋਜ਼ਿਟਿਵ ਹਾਫ ਵੇਲੇ ਇਲੈਕਟ੍ਰੋਨਸ ਨੇ ਐਕਸਲਰੇਟ ਹੋਣਾ, ਨੈਗੇਟਿਵ ਹਾਫ ਵੇਲੇ ਇਲੈਕਟ੍ਰੋਨਸ ਨੇ ਰਿਟਾਰਡ ਹੋਣਾ। ਕਲੀਅਰ ਹੋਈ? ਹਾਂਜੀ ਸਰ। ਹਾਂ ਆ ਦੇਖੋ ਇਹ ਸਾਈਕਲ ਚ ਪੋਜ਼ਿਟਿਵ ਹਾਫ ਵੇਲੇ ਇਲੈਕਟ੍ਰੋਨਸ ਐਕਸਲਰੇਟ ਕਰ ਰਹੇ ਆ, ਔਰ ਤੇ ਨੈਗੇਟਿਵ ਹਾਫ ਵਿੱਚ ਡੈਸਲਰੇਟ ਮੀਨਸ ਉਹਦੀ ਸਪੀਡ ਘਟੂ, ਐਕਸਲਰੇਸ਼ਨ ਘਟੂਗਾ, तो ਨੈਚੁਰਲੀ ਉਹਦੀ ਮੂਵਮੈਂਟ ਇਦਾਂ ਹੋ ਗਿਆ। ਸੋ ਇਦਾਂ ਜਦੋਂ ਇਕੱਠੇ ਹੋਣੇ ਆ ਤਾਂ ਬੰਚ ਬਣਨਾ। ਕਲੀਅਰ ਹੋਈ ਗੱਲ? ਹਾਂਜੀ ਸਰ। ਜਾਨੀ ਜਿਹੜਾ ਆਰਐਫ ਸਾਈਕਲ ਹੈ, ਦੇਖੋ ਆ ਆਰਐਫ ਸਾਈਕਲ ਹੈ, ਆ ਆਰਐਫ ਸਾਈਕਲ ਆ, ਇਹਦਾ ਇੱਕ ਪੋਜ਼ਿਟਿਵ ਹਾਫ ਆ ਤੇ ਨੈਗੇਟਿਵ ਹਾਫ ਆ। तो ਨੈਚੁਰਲੀ ਆਰਐਫ ਜਿਹੜਾ ਸਿਗਨਲ ਹੈ ਸਲੋ ਵੇਵ ਸਟਰਕਚਰ ਵਿੱਚ ਹੀ ਮੂਵ ਕਰ ਰਿਹਾ। ਠੀਕ ਹੈ, ਜਿਹਦਾ ਇਲੈਕਟ੍ਰਿਕ ਫੀਲਡ ਕੰਪੋਨੈਂਟ ਬਣ ਗਿਆ ਉਹ ਵੀ ਉਹਦੀ ਨੇਚਰ ਵੀ ਇਦਾਂ ਦੀ ਹੋ ਗਈ। ਨੈਚੁਰਲੀ ਉਹਦੇ ਵਿੱਚ ਵੀ ਪੋਜ਼ਿਟਿਵ ਤੇ ਨੈਗੇਟਿਵ ਹਾਫ ਹੈ। ਤਾਂ ਇਲੈਕਟ੍ਰੋਨਸ ਨੇ ਪੋਜ਼ਿਟਿਵ ਹਾਫ ਨੂੰ ਵੀ ਫੇਸ ਕਰਨਾ ਤੇ ਨੈਗੇਟਿਵ ਫੇਸ, ਜਦੋਂ ਪੋਜ਼ਿਟਿਵ ਹਾਫ ਨੂੰ ਫੇਸ ਕਰਨਾ ਉਹਨੇ ਐਕਸਲਰੇਟ ਹੋ ਜਾਣਾ, ਦੇਖੋ ਐਕਸਲਰੇਸ਼ਨ ਹੋ ਗਿਆ। ਜਿਹੜੇ ਨੈਗੇਟਿਵ ਹਾਫ ਨੂੰ ਫੇਸ ਕਰਨਾ ਉਹ ਡੈਸਲਰੇਟ ਹੋ ਗਿਆ, ਜਾਨੀ ਉਹਦੀ ਡਾਇਰੈਕਸ਼ਨ। ਤੇ ਦੋਨਾਂ ਨੇ ਇਕੱਠੇ ਹੋ ਕੇ ਜੁੜ ਕੇ ਕੀ ਬਣ ਜਾਣਾ? ਬੰਚ। ਪਤਾ ਲੱਗਾ? ਜਿੱਥੇ ਇਹ ਚੀਜ਼ ਨਹੀਂ ਆ, ਜਿੱਥੇ ਵੋਲਟੇਜ ਨਾ ਪੋਜ਼ਿਟਿਵ ਹਾਫ ਹੈ ਤੇ ਨਾ ਨੈਗੇਟਿਵ ਹਾਫ ਹੈ, ਉੱਥੇ ਵੋਇਡ ਆ ਜਾਣਾ, ਜਾਨੀ ਖਾਲੀ ਗੈਪ। ਜਿੱਦਾਂ ਅਸੀਂ ਕਹਿੰਦੇ ਵੀ ਕੰਧ ਦੇ ਵਿੱਚ ਵੋਇਡ ਹੈ, ਕਮਜ਼ੋਰ ਹੈ ਇੰਨੀ ਜਗ੍ਹਾ ਤੋਂ। ਪਤਾ ਲੱਗ ਗਿਆ? ਹਾਂਜੀ ਸਰ। ਹਾਂਜੀ ਸਰ। ਇਦਾਂ ਬੰਚ ਬਣਨੇ ਆ। ਇਹ ਤਾਂ ਇੱਕ ਸਾਈਕਲ 'ਚ ਇੱਕ ਬੰਚ ਬਣਿਆ। there are crores of cycles and number of crores of bunches will be formed in the entire vacuum tube। ਪਤਾ ਲੱਗ ਗਿਆ? entire tube। ਪਤਾ ਲੱਗ ਗਿਆ? तो ਜਿੰਨੇ ਬੰਚ ਬਣਦੇ ਜਾਣਗੇ ਉਹ ਆਪਣੀ એનર્ਜੀ ਜਿਹੜੀ ਆ ਉਹ ਆਰਐਫ ਸਿਗਨਲ ਨੂੰ ਟ੍ਰਾਂਸਫਰ ਕਰਦੇ ਜਾਣਗੇ। ਆਰਐਫ ਸਿਗਨਲ ਦਾ ਵੀ ਉਹ ਪਾਰਟ ਜਿਹੜਾ ਜਿਹਨੂੰ ਅਸੀਂ ਕਹੀਏ ਵੀ ਇਲੈਕਟ੍ਰਿਕ ਫੀਲਡ ਦਾ, ਤੇ ਉਹਨੇ ਐਮਪਲੀਫਾਈ ਹੋ ਜਾਣਾ। ਪਤਾ ਲੱਗ ਗਿਆ?
हेलो जी सर। हाँ, so as a result, electron bunches are produced all along the axis, all along the tube. Thus, the velocity modulation of the electron beam results in density bond. Obviously, ਇਸ results ਨਾਲ ਜਿਹੜੇ bunches ਹੈ ਉਹ ਪੂਰੀ wave ਦੇ tube ਦੇ along produce ਹੋ ਜਾਣਗੇ ਔਰ electron beam ਦੀ ਜਿਹੜੀ velocity ਆ ਉਹ ਚ change ਆਏਗੀ ਜਿਹਦੇ ਕਰਕੇ current density ਵਿੱਚ ਵੀ change ਆਏਗੀ ਮਤਲਬ velocity modulation ਜਿਹੜੀ electron beam ਦੀ ਆ ਉਹ current density modulation ਚ convert ਹੋ ਜਾਏਗੀ during their motion toward the collector bunches of electron induces a voltage in the helix by their charges and this induced voltage adds up with the voltage of EM wave which results in amplification of the EM signal ਆ ਦੇਖਣਾ ਆ ਲਾਈਨ ਦੇਖੋ ਪੁਆਇੰਟ ਨੋਟ ਕਰੋ during their motion toward the collector ਕਿਹਦੀ ਇਲੈਕਟ੍ਰੋਨਸ ਦੀ ਜਿਹੜੀ ਮੂਵਮੈਂਟ ਆ ਉਹ ਕਿਹਦੇ ਵੱਲ ਨੂੰ ਕਲੈਕਟਰ ਵੱਲ ਨੂੰ ਉਹਦੇ ਨਾਲ ਕੀ ਬਣਨਗੇ ਬੰਚਸ ਬਣਨਗੇ ਇਲੈਕਟ੍ਰੋਨ ਦੇ ਪਰ ਬੰਚ ਬਣਨ ਨਾਲ ਕੀ ਬੰਚਸ ਆਫ ਇਲੈਕਟ੍ਰੋਨ ਕੀ ਕਰਨਗੇ induces a voltage in the helix by their charges electron ਦੇ charges ਨਾਲ electron bunches ਕਰਕੇ voltage ਜਿਹੜੀ induce ਹੋਈ ਆ ਠੀਕ ਹੈ voltage induce ਹੋ ਜਾਣੀ ਆ ਔਰ ਜਿਹੜੀ ਇਹ induced voltage ਹੈ ਇਹ electromagnetic waves ਦੀ ਵਿੱਚ ਐਡ ਅਪ ਹੋ ਜਾਣੀ ਹੈ ਤੇ ਜਦੋਂ ਐਡ ਅਪ ਹੋਗੀ ਉਹ ਚੀਜ਼ ਐਮਪਲੀਫਾਈ ਹੋ ਗਈ ਕਲੀਅਰ हाँ जी सर। हाँ जी सर। since the interaction takes place along the whole length of the tube thus the gain of the tube is proportional to its length so naturally interaction ਦਾ ਸਾਰੀ ਟਿਊਬ ਚ ਹੁੰਦੀ ਸੋ ਜਿੰਨੀ ਟਿਊਬ ਲੰਬੀ ਉਨੀ ਇੰਟਰੈਕਸ਼ਨ ਜ਼ਿਆਦਾ ਉਨੀ એનર્ਜੀ ਟ੍ਰਾਂਸਫਰ ਵੀ ਜ਼ਿਆਦਾ ਇਲੈਕਟ੍ਰੋਨ ਬੰਚਸ ਵੱਲੋਂ ਠੀਕ ਹੈ so this process of bunching continuous and bunching becomes more and more complete as the electron beam and wave travel towards the output end of the helix ਜਿੱਦਾਂ ਜਿੱਦਾਂ ਹੈਲਿਕਸ ਦੇ ਆਊਟਪੁੱਟ ਐਂਡ ਵੱਲ ਨੂੰ ਇਹ ਦੋਨੋਂ ਚੀਜ਼ਾਂ ਵਧਦੀਆਂ ਜਾਣਗੀਆਂ ਇਲੈਕਟ੍ਰੋਨਸ ਵੀ ਤੇ ਆਰਐਫ ਫੀਲਡ ਵੀ ਉਹਦਾ ਕੰਪੋਨੈਂਟ ਇਲੈਕਟ੍ਰਿਕ ਫੀਲਡ ਉਦਾਂ ਦਾ ਬੰਚਿੰਗ ਜ਼ਿਆਦਾ ਹੋਈ ਜਾਣੀ ਆ ਤੇ ਉਹ ਮੈਕਸਿਮਮ એનર્ਜੀ ਜਿਹੜੀ ਉਹ ਟ੍ਰਾਂਸਫਰ ਹੋਈ ਜਾਣੀ ਤੇ ਸਿਗਨਲ ਨੇ ਐਮਪਲੀਫਾਈ ਹੋ ਜਾਣਾ ਤੋ ਉਹ ਕਹਿੰਦਾ ਆਰਐਫ ਵੇਵ ਹੈਲਿਕਸ ਗੋਜ਼ ਔਨ ਐਮਪਲੀਫਾਈਂਗ ਐਕਸਪੋਨੈਂਸ਼ੀਅਲੀ ਆ ਦੇਖ ਕਿੱਦਾਂ ਹੁੰਦਾ ਐਦਾਂ ਹੁੰਦਾ ਠੀਕ ਹੈ ਪਹਿਲਾ ਸਿਗਨਲ ਇੰਨਾ ਸੀ ਆ ਦੇਖੋ ਇੰਨਾ ਸੀ ਤੋ ਜਿੱਦਾਂ ਜਿੱਦਾਂ ਉਹ ਆ ਦੇਖੋ ਆ ਉਹਦਾ ਇਨਪੁਟ ਐਂਡ ਆ ਗਿਆ ਆ ਆਊਟਪੁੱਟ ਐਂਡ ਆ ਸੋ ਇਨਪੁਟ ਐਂਡ ਤੋਂ ਲੈ ਕੇ ਆਊਟਪੁੱਟ ਐਂਡ ਤੱਕ ਆ ਸਿਗਨਲ ਦੇਖੋ ਕਿੱਦਾਂ ਵੱਧ ਰਿਹਾ ਨਾ ਹੈਲੋ हाँ जी सर। ਹਾਂ ਇਹ ਰਾਈਜ਼ ਕਰ ਰਿਹਾ ਇਹ ਐਮਪਲੀਫਾਈ ਹੋ ਰਿਹਾ ਕਿਉਂਕਿ ਜਿਹੜੀ ਇਲੈਕਟ੍ਰੋਨ ਚਾਰजेस ਹੈ ਉਹਦੇ ਕਰਕੇ ਜਿਹੜੀ ਵੋਲਟੇਜ ਇੰਡਿਊਸ ਹੋਈ ਹੈਲਿਕਸ ਦੇ ਵਿੱਚ ਉਹ ਇਲੈਕਟ੍ਰੋਮੈਗਨੈਟਿਕ ਵੇਵਸ ਦੇ ਵਿੱਚ ਐਡ ਅਪ ਹੋ ਜਾਂਦੀ ਆ ਤੋ ਜਿੱਦਾਂ ਜਿੱਦਾਂ ਇਹਨੇ ਐਂਡ ਵੱਲ ਨੂੰ ਜਾਈ ਜਾਣਾ ਉਦਾਂ ਉਹਦਾ ਸਿਗਨਲ ਹੋਰ ਵਧੀ ਜਾਣਾ ਸੋ ਇਟ ਇਜ਼ ਐਕਸਪੋਨੈਂਸ਼ੀਅਲੀ ਐਮਪਲੀਫਾਈਂਗ ਐਕਸਪੋਨੈਂਸ਼ੀਅਲੀ ਇतना ਐਕਸਪੋਨੈਂਸ਼ੀਅਲੀ ਰਾਈਜ਼ ਕਰ ਰਿਹਾ ਪਤਾ ਲੱਗ ਗਿਆ जी सर। ਹਾਂ हाँ जी सर। ਇਹਦੇ ਵਿੱਚ ਇਹ ਐਂਡ ਤਾਂ ਇਨਪੁਟ ਐਂਡ ਤੇ ਆ ਆਊਟਪੁੱਟ ਐਂਡ ਆ ਤੇ ਇੱਕ ਆ ਦੇਖੋ ਇਹ ਚ ਕੀ ਆ ਇਹ ਚਾਰਜ ਡੈਂਸਿਟੀ ਆ ਕਿਹਦੀ ਇਲੈਕਟ੍ਰੋਨਸ ਨਹੀਂ ਵਿੱਚ ਜਾ ਰਿਹਾ ਉਹਦੀ ਠੀਕ ਹੈ ਇਨ ਦੀ ਹਾਂਜੀ। ਇਲੈਕਟ੍ਰੋਨ ਬੀਮ ਤੇ ਇਹ ਕੌਣ ਆ ਵੋਲਟੇਜ ਇਨ ਦੀ ਟਰੈਵਲਿੰਗ ਵੇਵ ਟਿਊਬ ਜਿਹੜੀ ਐਮਪਲੀਫਾਈ ਹੋ ਰਹੀ ਹੈ ਤੇ ਇੱਥੋਂ ਲੈ ਕੇ ਇੱਥੇ ਤੱਕ ਕੀ ਆ ਇਹ ਡਿਸਟੈਂਸ ਅਲੋਂਗ ਦੀ ਇੰਟਰੈਕਸ਼ਨ ਸਪੇਸ ਕਲੀਅਰ जी हाँ जी सर। सर। ਹਾਂ ਠੀਕ ਨਹੀਂ हाँ जी ਸੋ सर। ਗੇਨ ਆਫ ਦੀ ਐਮਪਲੀਫਾਇਰ ਜਨਰਲੀ ਐਕਸੀਡਸ 80 dB ਕਾਫੀ ਗੇਨ ਹੁੰਦਾ ਇਹਦਾ ਐਨ ਇਨਕਰੀਜ਼ ਇਨ ਦੀ એનર્ਜੀ ਆਫ ਦੀ ਆਰਐਫ ਫੀਲਡ ਇਜ਼ ਅ ਕੰਟੀਨਿਊਅਸ ਪ੍ਰੋਸੈਸ ਜਿਹਨੂੰ ਅਸੀਂ ਦਿਖਾਤਾ ਅੱਛਾ ਅਟੈਨੂਏਟਰ ਦਾ ਵਿੱਚ ਕੀ ਰੋਲ ਹੈ ਇਹ ਦੱਸਿਆ ਸੀ one major problem in the construction of the traveling wave tube is that there will be a mismatch of coupling between the input and output coupler over a wide range of frequency of operation क्योंकि है ही वाइड बैंड एम्पलीफायर है सो वाइड रेंज ऑफ फ्रीक्वेंसी ऑफ ऑपरेशन के दौरान ठीक है मैचिंग होनी जरूरी आ तो नॉर्मली की आ जाता मिसमैच हो जाती है कहना देयर विल बी मिसमैच ऑफ कपलिंग बिटवीन द इनपुट एंड द आउटपुट कपलिंग तो ਉਹਦੇ ਕਰਕੇ ਕੀ ਹੁੰਦਾ ਜੇ ਮਿਸਮੈਚ ਹੋ ਗਈ ਸਿਗਨਲ ਰਿਫਲੈਕਟ ਹੋ ਜਾਣਾ ਐਜ਼ ਅ ਰਿਜ਼ਲਟ ਰਿਫਲੈਕਸ਼ਨ ਫਰਮ ਦੀ ਆਊਟਪੁੱਟ ਕਪਲਰ ਰਿਟਰਨ ਟੂ ਦੀ ਇਨਪੁਟ ਥਰੂ ਦੀ ਟਿਊਬ ਆਬਵੀਅਸਲੀ ਜੇ ਮਿਸਮੈਚਿੰਗ ਹੋ ਗਈ ਤੇ ਆਊਟਪੁੱਟ ਐਂਡ ਤੋਂ ਸਿਗਨਲ ਵਾਪਸ ਹੋ ਜਾਣਾ ਰਿਫਲੈਕਸ਼ਨ ਹੋ ਜਾਣੀ so here part of it is reflected again and is amplified as it move towards the output so ਕੁਝ ਪਾਰਟ ਜਿਹੜਾ ਰਿਫਲੈਕਟ ਹੋ ਕੇ ਦੁਬਾਰਾ ਫਿਰ ਉਹ ਐਮਪਲੀਫਾਈ ਹੋ ਜਾਂਦਾ ਜਿਹੜਾ ਆਊਟਪੁੱਟ ਵੱਲ ਨੂੰ ਜਾ ਰਿਹਾ ਸੋ ਦਿਸ ਰਿਜ਼ਲਟਸ ਇਨ ਉਹ ਜਦੋਂ ਜਦੋਂ ਉਧਰੋਂ ਫੇਰ ਆ ਰਿਹਾ ਉਹ ਇਹ ਤਾਂ ਆਸੀਲੇਸ਼ਨ ਹੋ ਗਈਆਂ ਸਮਝ ਆ ਗਈ ਮਤਲਬ ਜਿੱਦਾਂ ਹੀ ਆਊਟਪੁੱਟ ਐਂਡ ਤੋਂ ਇਨਪੁਟ ਪਿੰਡ ਵੱਲ ਨੂੰ ਜਦੋਂ ਰਿਫਲੈਕਟ ਹੋਇਆ ਇਟ ਮੀਨਸ ਫੀਡਬੈਕ ਹੋ ਗਈ ਤੇ ਉਹ ਫਿਰ ਕਿਉਂਕਿ ਉਹ ਸਿਗਨਲ ਫੇਰ ਅੱਗੇ ਫੇਰ ਐਮਪਲੀਫਾਈ ਹੋ ਜਾਣਾ ਤੇ ਨਾਲ ਨਾਲ ਫੀਡਬੈਕ ਵੀ ਹੋ ਰਹੀ ਆ ਇਹਦਾ ਮਤਲਬ ਅਨਵਾਂਟਡ ਆਸੀਲੇਸ਼ਨ ਪੈਦਾ ਹੋ ਗਈਆਂ तो उस ऑसिलेशन ਨੂੰ ओवरकम करने वास्ते
which can be overcome by inserting an attenuating material such as graphite in the tube. तो वो प्रोवाइड करते हैं ताकि अनवांटेड ਜਿਹੜੀਆਂ oscillation ਇਹ 'ਚ ਪੈਦਾ ਹੋ ਰਹੀਆਂ ਉਹਨੂੰ ਓਵਰਕਮ ਕੀਤਾ ਜਾ ਸਕੇ. Thus attenuator of course reduces the gain of the tube but prevents unwanted oscillation. Clear? जी सर हाँ जी सर हाँ. हाँ जी सर ਮੈਗਨੇਟ ਦਾ ਰੋਲ ਕੀ ਹੈ ਜਿੱਦਾਂ ਆਪਾਂ ਦੱਸਿਆ ਸੀ ਮੈਗਨੇਟ another problem of traveling wave tube is that as all the electrons have the same charge negative ਹੈ ਸਾਰਿਆਂ ਦੇ ਚਾਰਜ so they have the tendency to repel each other ਕਿਉਂਕਿ ਸੇਮ ਚਾਰਜ ਹੈ ਤਾਂ ਇੱਕ ਦੂਜੇ ਨੂੰ ਰਿਪੈਲ ਕਰਨਗੇ ਔਰ ਜੇ ਰਿਪੈਲ ਕਰਨਗੇ ਸ਼ੋ ਸਕੈਟਰਿੰਗ ਇਫੈਕਟ ਮਤਲਬ ਉਹ ਬਿਖਰ ਜਾਣਗੇ ਸੋ ਉਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਕੀ ਕਰਦੇ ਅਸੀਂ this can be avoided by applying a strong axial magnetic field ਤਾਂ ਕਿ ਇਲੈਕਟ੍ਰੋਨਸ ਨੂੰ ਫੋਕਸ ਕੀਤਾ ਜਾ ਸਕੇ ਅਸੀਂ ਸਟਰੋਂਗ ਐਕਸੀਅਲ ਮੈਗਨੈਟਿਕ ਫੀਲਡ ਪ੍ਰੋਵਾਈਡ ਕਰਦੇ ਹਾਂ ਕਿਉਂਕਿ ਇਲੈਕਟ੍ਰੋਨ ਸਪੇਸ ਚਾਰਜ ਮੀਨਸ ਨੈਗੇਟਿਵ ਚਾਰਜ ਕਿਉਂਕਿ ਸਾਰੇ ਇਲੈਕਟ੍ਰੋਨ ਸੇਮ ਹੈ ਸਾਰਿਆਂ ਦੇ ਚਾਰਜ ਵੀ ਸੇਮ ਹੈ ਉਹ ਰਿਪੈਲ ਕਰਨਗੇ ਰਿਪੈਲ ਕਰਨਾ ਸਕੈਟਰ ਹੋਊ ਉਹ ਸਕੈਟਰਿੰਗ ਤੋਂ ਅਵੋਇਡ ਕਰਨ ਵਾਸਤੇ ਫੈਲਣ ਤੋਂ ਬਜਾਏ ਅਸੀਂ ਸਟਰੋਂਗ ਐਕਸੀਅਲ ਮੈਗਨੈਟਿਕ ਫੀਲਡ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਇਲੈਕਟ੍ਰੋਨ ਬੀਮ ਦੀ ਫੋਕਸਿੰਗ ਰਹੇ ਸੋ ਦਿਸ ਮੈਗਨੈਟਿਕ ਫੀਲਡ ਕੈਨ ਬੀ ਪ੍ਰੋਡਿਊਸਡ ਬਾਈ ਇਲੈਕਟ੍ਰੋਮੈਗਨੇਟ ਔਰ ਬਾਈ ਅ ਸੀਰੀਜ਼ of disc like permanent magnet surrounding the tube तो इस एक्सियल मैग्नेटिक फील्ड ਨੂੰ ਪ੍ਰੋਡਿਊਸ ਕਿੱਦਾਂ ਕਰਨਾ ਜਾਂ ਤੇ ਇਲੈਕਟ੍ਰੋਮੈਗਨੇਟ ਨਾਲ ਕਰ ਲਓ ਠੀਕ ਹੈ ਜਾਂ ਡਿਸਕ ਟਾਈਪ ਪਰਮਾਨੈਂਟ ਮੈਗਨੇਟ ਦੀ ਸੀਰੀ ਲਗਾ ਦਿਓ ਟਿਊਬ ਦੇ ਆਲੇ ਦੁਆਲੇ ਪਤਾ ਲੱਗ ਗਿਆ ਹੈਲੋ हाँ जी हाँ सर जी सर ਹੁਣ ਆਪਾਂ ਇਹਦੀ ਪਰਫਾਰਮੈਂਸ ਕੈਰੈਕਟਰਿਸਟਿਕਸ ਦੀ ਗੱਲ ਕਰਦੇ ਹਾਂ ਬੈਂਡਵਿਡਥ ਪਹਿਲਾਂ ਦੱਸਦਾ ਕੈਨ ਬੀ ਐਜ਼ ਹਾਈ ਐਜ਼ 3 octaves although tuned narrow band versions exist and operating frequency range from 300 megahertz to 50 gigahertz. Tube is operating well within these ranges. But TWT can also be operated within 500 ਤੋਂ ਲੈ ਕੇ 100 ਇੱਥੇ ਵੀ ਵਾਹ 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 ਬਹੁਤ ਵਾਈਡ ਰੇਂਜ ਹੈ ਵੋਲਟੇਜ ਗੇਨ ਜਿਹੜਾ ਹੈ ਉਹ ਮੋਰ ਦੈਨ 70 ਆਫ ਦੀ ਆਰਡਰ ਆਫ 70 ਡੈਸੀਬਲਸ ਜਿੱਦਾਂ ਉੱਪਰ 80 ਵੀ ਸ਼ੋ ਕੀਤਾ ਪਾਵਰ ਆਊਟਪੁੱਟਸ low power output ਜਿਹੜੀ ਆ it is offering 5 milliwatt power output in the operating frequency range 10 ਤੋਂ 40 ਚ high power 250 ਕਿਲੋਵਾਟ ਠੀਕ ਹੈ ਕੰਟੀਨਿਊਅਸ ਵੇਵ ਦੇ ਅਗੇਂਸਟ ਪਾਵਰ ਆਊਟਪੁੱਟ ਐਟ 3 ਗੀਗਾਹਰਟਜ਼ ਸੋ ਇਸ ਰੇਂਜ ਦੇ ਵਿੱਚ ਜੇ ਫ੍ਰੀਕੁਐਂਸੀ ਡਿਊਟੀ ਸਾਈਕਲ 1% ਦਾ 3 ਗੀਗਾਹਰਟਜ਼ ਫ੍ਰੀਕੁਐਂਸੀ ਆ ਤੇ ਪਾਵਰ ਦੇਖ ਲਓ ਕਿੰਨੀ ਦਿੱਤੀ ਉਹਨੇ ਠੀਕ ਹੈ ਇੱਕ ਇਹਦਾ ਸਪੈਸ਼ਲ ਟਾਈਪ ਹੈ ਬਟ EEVN 1061 ਮਾਡਲ ਐਟ 9 ਗੀਗਾਹਰਟਜ਼ ਤੋਂ ਲੈ ਕੇ 945 ਗੀਗਾਹਰਟਜ਼ ਤੱਕ ਕੈਨ ਆਫਰ 900 ਕਿਲੋਵਾਟ ਬੱਲੇ 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 ਉਸ ਲਈ ਡਿਊਟੀ ਸਾਈਕਲ ਕਿੰਨਾ ਹੈ 50% with power gain 33 dB using solenoid for magnetic focusing ਇਥੇ magnetic focusing solenoid ਨਾ ਕਰਨੀ ਆ ਇਸ frequency range ਦੇ ਵਿੱਚ ਇੰਨੀ ਪਾਵਰ ਉਹ ਜਨਰੇਟ ਕਰ ਦਿੰਦਾ ਡਿਊਟੀ ਸਾਈਕਲ ਕਿੰਨਾ ਰੱਖਣਾ 0.5% 50 ਨਹੀਂ 0.5% also it can offer 10 milliwatt for pulsed wave input at 3 gigahertz ਲਓ ਤਾਂ 10 milliwatt ਨਹੀਂ megawatt ਠੀਕ ਹੈ efficiencies are in the range of 25 ਤੋਂ ਲੈ ਕੇ 35% with normal technique but using depressed collector efficiency can be exceeded 50%. This is a system in which the collector potential is made lower than the cathode potential ठीक है to reduce dissipation and improve efficiency by using periodic permanent magnetic focusing ठीक है सो ओवरऑल तो ਤੁਹਾਡਾ ਖਤਮ ਹੀ ਹੋ ਚੁੱਕਾ ਨੋਇਜ਼ ਫਿਗਰ ਵੀ ਹੈ ਕਿਉਂਕਿ ਐਂਪਲੀਫਾਇਰ ਉਹਨੇ ਨੋਇਜ਼ ਦਾ ਪ੍ਰੋਵਾਈਡ ਕਰਨੀ ਸੋ ਨੋਇਜ਼ ਫਿਗਰ 4 ਤੋਂ ਲੈ ਕੇ 11 dB ਵਿੱਚ ਵੇਰੀ ਕਰਦੀ ਹੈ ਫ੍ਰੀਕੁਐਂਸੀ ਰੇਂਜ ਕਿੰਨੀ ਇਹ ਜੇ ਫ੍ਰੀਕੁਐਂਸੀ ਰੇਂਜ 2.5 ਤੋਂ ਲੈ ਕੇ 12 ਗੀਗਾਹਰਟਜ਼ ਹੈ ਤੇ ਉਹਨੇ ਨੋਇਜ਼ ਫਿਗਰ ਜਿਹੜੀ ਐਂਪਲੀਫਾਇਰ ਦੀ ਉਹ 4 ਤੋਂ ਲੈ ਕੇ 11 dB ਔਰ ਹਾਈ ਪਾਵਰ TWT ਨੋਇਜ਼ ਫਿਗਰ ਜਿਹੜੀ ਹੈ ਉਹ 17 dB ਤੋਂ 25 dB ਤੱਕ ਵੀ ਬੱਲੇ ਬੱਲੇ ਜ਼ਿਆਦਾ ਯਾਨੀ ਜੇ ਫ੍ਰੀਕੁਐਂਸੀ ਵੀ ਜ਼ਿਆਦਾ ਤੇ ਪਾਵਰ ਵੀ ਜੇ ਜ਼ਿਆਦਾ ਲੈਣੀ ਪਰਫਾਰਮੈਂਸ ਕਰੈਕਟਰਿਸਟਿਕ ਕੁਝ ਟਿਪੀਕਲ ਟਰੈਵਲਿੰਗ ਵੇਵ ਟਿਊਬਸ ਹੈ ਉਹਦੀਆਂ ਦਿੱਤੀਆਂ ਹੋਈਆਂ ਇਹਨੂੰ ਐਟ ਏ ਗਲਾਂਸ ਤੁਸੀਂ ਗੋ ਥਰੂ ਹੋ ਸਕਦੇ ਆ ਪਰ ਆ ਦੇਖੋ ਆ ਟਾਈਪਸ ਨੇ ਉਹਦੀਆਂ ਪਤਾ ਲੱਗ ਗਿਆ ਐਡਵਾਂਟੇਜ ਗੁੱਡ ਐਫੀਸ਼ੀਐਂਸੀ ਰਿਲਾਇਬਿਲਿਟੀ ਹਾਈ ਆਊਟਪੁੱਟ ਪਾਵਰ ਆ ਲੋ ਨੋਇਜ਼ ਹੈ ਵਾਈਡ ਬੈਂਡ ਐਂਪਲੀਫਾਇਰ ਲਾਰਜ ਬੈਂਡਵਿਡਥ ਆਫਰ ਕਰਦਾ ਵੋਲਟੇਜ ਐਂਪਲੀਫਾਇਰ ਦੀ ਤਰ੍ਹਾਂ ਵੀ ਇਹਨੂੰ ਯੂਜ਼ ਕਰ ਸਕਦੇ ਆ ਲੋ ਪੀਕ ਪਾਵਰ 7 ਤੋਂ 8 ਕਿਲੋਵਾਟ ਵਿਦ ਪਲਸ ਕੰਪਰੈਸ਼ਨ ਟੈਕਨੀਕ the high duty cycle with the possibility of long pulse width, smaller dimensions and weight, low power consumption, sensitivity. It is a better range resolution, can be achieved up to 50 meters with respect to radar. काफी high है
ठीक है, कैन एक्ट एज ए कोहेरेंट ट्रांसमीटर which is less susceptible to multi drop echoes with respect to DAR, more immune to interference and spurious emission by other external disadvantage की है, ठीक है, स्लो वेव स्ट्रक्चर, थोड़ा सिस्टम कॉस्टली है, पावर ਦੀ ਵੀ ਗੱਲ ਕੀਤੀ ਉਹਨੇ, ਐਪਲੀਕੇਸ਼ਨਸ ਰਡਾਰ ਦੇ ਵਿੱਚ ਕਾਫੀ ਜਗ੍ਹਾ ਇਹਦੀਆਂ ਐਪਲੀਕੇਸ਼ਨਸ ਹੈ, ਇਹਨੂੰ ਗੋ ਥਰੂ ਹੋ ਲਿਓ, ਪਤਾ ਲੱਗ ਗਿਆ। ਹੈਲੋ, 1 ਮਿੰਟ ਤੋਂ ਘੱਟ ਹੈਗਾ ਬੱਚੋ। ਹਾਂਜੀ ਸਰ। ਹਾਂਜੀ ਸਰ। ਰਡਾਰ ਮੇਜਰ ਐਪਲੀਕੇਸ਼ਨ ਹੈ ਇਹਦੀ, ਹੋਰ ਵੀ ਆ ਦੇਖੋ ਇਲੈਕਟ੍ਰੋਮੈਗਨੈਟਿਕ ਕੰਪੈਟੀਬਿਲਿਟੀ ਟੈਸਟਿੰਗ ਇੰਡਸਟਰੀ ਦੇ ਵਿੱਚ, ਠੀਕ ਹੈ, ਕਾਫੀ ਸਾਰੀਆਂ ਐਪਲੀਕੇਸ਼ਨਸ ਹੈ। ਸੈਟੇਲਾਈਟ ਟਰਾਂਸਪੋਂਡਰ ਵਿੱਚ ਇਹਨੂੰ ਯੂਜ਼ ਕਰਦੇ ਆ, CW ਰਡਾਰ ਤੇ ਰਡਾਰ ਜੈਮਿੰਗ ਵਾਸਤੇ ਵੀ ਇਹਨੂੰ ਯੂਜ਼ ਕਰਦੇ ਆ। ਐਕਚੁਅਲੀ ਅਰਥ ਸਟੇਸ਼ਨ ਦੇ ਵਿੱਚ ਵੀ, ਰੇਡੀਓ ਸਟੇਸ਼ਨ ਤੇ ਟੀਵੀ ਸਟੇਸ਼ਨ ਦੇ ਅਰਥ ਸਟੇਸ਼ਨ ਹੈ ਜਿੱਥੇ RF ਐਂਟੀਨਾ ਲੱਗੇ ਨੇ, ਉੱਥੇ ਵੀ ਐਂਪਲੀਫਾਈ ਕਰਦੇ ਸਿਗਨਲ ਨੂੰ, ਉਹ ਫਿਰ TWT ਦੇ ਨਾਲ ਹੀ ਕਰਦੇ ਆ, ਰਾਈਟ। ਹਾਂਜੀ ਸਰ। ਕਲੈਸਟਰੋਨ ਐਂਪਲੀਫਾਇਰ ਤੇ TWT ਦੇ ਵਿੱਚ ਡਿਫਰੈਂਸ ਵੀ ਦਿੱਤਾ, ਇਹ ਵੀ ਗੋ ਥਰੂ ਹੋਇਓ, ਠੀਕ ਹੈ। ਨੈਕਸਟ ਟਾਈਮ ਆਪਾਂ ਪੜਾਂਗੇ TET ਡਿਵਾਈਸਸ। ਹੁਣ 1 ਮਿੰਟ ਤੋਂ ਘੱਟ ਰਹੇਗਾ, ਆਈ ਐਮ ਗੋਇੰਗ ਟੂ ਸਟਾਪ। ਸਕਰੀਨਸ਼ਾਟ ਲੈ ਲਓ, ਹਾਂਜੀ ਸਕਰੀਨਸ਼ਾਟ ਲੈ ਲਿਆ। ਓ ਹਾਂ ਬੱਚੋ, ਹਾਂਜੀ ਸਰ।